ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ, ਜੋ ਕਿ ਅਸੀਂ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਮੰਗਲਵਾਰ ਨੂੰ ਸ਼ਾਮ 7 ਵਜੇ, ਜਿਸ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਾਰੇ, ਉਹਨਾਂ ਦੇ ਜੀਵਨ ਦੇ ਵਿੱਚ ਲਿਆਂਦੇ ਗਏ ਉਤਰਾ ਚੜ੍ਹਾਅ, ਜੋ ਕਿ ਸਾਖੀਆਂ ਨੇ ਇੱਕ ਮਿਲਗੋਭਾ ਕਰਕੇ ਗੁਰੂ ਨਾਨਕ ਸਾਹਿਬ ਦੇ ਅਕਸ਼ ਨੂੰ ਵਿਗਾੜਿਆ। ਔਰ ਅੱਜ ਆਪਾਂ ਇਸ ਭਾਗ ਨੂੰ ਅੱਗੇ ਵਧਾਉਂਦਿਆਂ ਹੋਇਆਂ 14ਵਾਂ ਭਾਗ ਲੈ ਕੇ ਤੁਹਾਡੇ ਤੱਕ ਇਹ ਐਪੀਸੋਡ ਲੈ ਕੇ ਹਾਜ਼ਰ ਹੋ ਰਹੇ ਹਾਂ। ਸਾਡੇ ਕੋਲ ਹਮੇਸ਼ਾ ਦੀ ਤਰ੍ਹਾਂ ਸਿੱਖ ਕੌਮ ਦੇ ਉੱਘੇ ਸਕਾਲਰ, ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਗੁਰਮਤਿ ਦੀ, ਔਰ ਬਹੁਤ ਵਿਰੋਧਾਭਾਸ ਵੀ ਝੱਲਿਆ ਉਹਨਾਂ ਨੇ, ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ, ਸਤਿਕਾਰਯੋਗ ਬਾਪੂ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ। ਆਓ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਤੇ ਪਿਛਲੀ ਵਾਰ ਸਾਡੀ ਗੱਲਬਾਤ ਜਿਹੜੀ ਸੀ ਉਹ ਸਿੱਧ ਗੋਸ਼ਟ ਤੇ ਹੋਈ ਸੀ। ਕਾਫੀ ਸਾਰੇ ਸਵਾਲ ਆਪਾਂ ਉਹਨਾਂ ਨੂੰ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਸਾਨੂੰ ਆਰਗੂਮੈਂਟ ਕਰਨਾ ਨਹੀਂ ਸਿਖਾਉਂਦੇ, ਡਿਸਕਸ਼ਨ ਸਿਖਾਉਂਦੇ ਆ। ਔਰ ਉਹਨਾਂ ਦੀ ਇੱਕ ਇੱਕ ਜਿਹੜੀ ਜੀਵਨ ਦੀ ਯਾਤਰਾ ਹੋਈ ਹੈ, ਜਾਂ ਉਹਨਾਂ ਨੇ ਜਿੱਥੇ ਵੀ ਪਹੁੰਚ ਕੀਤੀ ਹੈ, ਉਹਨਾਂ ਨੇ ਗੱਲਬਾਤ ਨੂੰ ਕਿਸ ਢੰਗ ਦੇ ਨਾਲ ਕੀਤਾ ਤੇ ਕਿਵੇਂ ਕੀਤਾ ਜਾਂਦਾ ਹੈ, ਉਹ ਸਾਨੂੰ ਸਿਖਾ ਕੇ ਉਹਨਾਂ ਨੇ ਅਗਾਂਹ ਦੇ ਰਾਹ, ਅਗਾਂਹ ਕੂਤਰਾਂਗ ਪਿੱਛਾ ਫੇਰਨਾ ਮੋਢੜਾ ਵਾਲੀ ਗੱਲ ਉਹਨਾਂ ਨੇ ਸਾਨੂੰ ਸਿਖਾਈ। ਆਓ ਆਪਾਂ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰੀਏ। ਬਾਪੂ ਜੀ ਦੇ ਨਾਲ ਫਤਿਹ ਸਾਂਝੀ ਕਰਦੇ ਹਾਂ। ਸਾਰੇ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਠੀਕ ਠਾਕ ਹੋ? ਹਾਂਜੀ, ਚੜ੍ਹਦੀ ਕਲਾ। ਬਾਪੂ ਜੀ, ਆਪਾਂ ਗੱਲਬਾਤ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜੀਵਨ ਦੇ ਬਾਰੇ, ਸਿੱਧਾਂ ਦੇ ਨਾਲ ਹੋਈ ਵਿਚਾਰ ਜਿਹੜੀ ਆ, ਚੱਲ ਬਟਾਲੇ ਆਪਾਂ ਪਹੁੰਚੇ ਸੀ। ਹਾਂਜੀ, ਉੱਥੇ ਦੀ ਇੱਕ ਰਚਨਾ ਦੇ ਬਾਰੇ, ਸਿੱਧ ਗੋਸ਼ਟ ਬਾਰੇ ਗੱਲ ਕੀਤੀ ਜਾਂਦੀ ਹੈ। ਹਾਂਜੀ, ਇਸ ਦੇ ਸਿਰਲੇਖ ਬਾਰੇ ਔਰ ਹਰ ਬਾਣੀ ਦਾ ਜਿਵੇਂ ਰਹਾਉ ਦੇ ਬੰਧ ਬਾਰੇ ਜਿਹੜੀ ਟਿੱਪਣੀ ਦਿੱਤੀ ਜਾਂਦੀ ਹੈ ਵਿਸ਼ੇਸ਼ ਤੌਰ ਤੇ, ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਸਿੱਧ ਗੋਸ਼ਟ ਕੀ ਹੈ, ਕਿਉਂ ਇਹਦਾ ਨਾਮ ਇਦਾਂ ਦਾ, ਔਰ ਨਾਲੇ ਇੱਥੇ ਰਹਾਉ ਦੇ ਬੰਧ ਦਾ ਇੱਥੇ ਕੀ ਪ੍ਰਕਰਨ ਹੈ, ਕੀ ਸੰਕਲਪ। ਹਾਂਜੀ ਬਾਪੂ ਜੀ। ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹਦਾ ਸਿਰਲੇਖ ਸਿੱਧ ਗੋਸ਼ਟ, ਯਾਨੀ ਕਿ ਗੁਰੂ ਨਾਨਕ ਸਾਹਿਬ ਨੇ ਇਹ ਇੱਕ ਤਰ੍ਹਾਂ ਦਾ ਸਾਡੇ ਵਾਸਤੇ ਰਾਹ ਪੱਧਰਾ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਅਸੀਂ ਉਹਨਾਂ ਗੱਲਾਂ ਨੂੰ ਸਾਖੀਆਂ ਨਾਲ ਤਾਂ ਜੋੜ ਲਿਆ, ਪਰ ਉਸ ਅਸੂਲ ਨੂੰ ਨਹੀਂ ਸਮਝਿਆ ਜਿਹੜਾ ਰਾਹ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ। ਇੱਥੇ ਹੈ ਗੋਸ਼ਟੀ, ਵਿਚਾਰ ਚਰਚਾ, ਸਵਾਲ ਜਵਾਬ। ਨਹੀਂ ਚੰਗਾ ਲੱਗਦਾ ਛੱਡ ਦਿਓ, ਤੇ ਚੰਗਾ ਲੱਗਦਾ ਅਪਣਾ ਲਿਓ। ਇਹ ਪਰੰਪਰਾ ਸਾਰੀ ਦੁਨੀਆ ਦੇ ਵਿਕਾਸ ਹੀ ਲੋਕਾਂ ਦੀ ਹੋਈ ਹੈ, ਤੇ ਵਿਕਾਸ ਇਸੇ ਤਰ੍ਹਾਂ ਹੀ ਹੁੰਦਾ ਹੈ। ਬਿਲਕੁਲ। ਤੇ ਜਿਹੜੇ ਕਿਸੇ ਨੂੰ ਬੋਲਣ ਤੋਂ ਹੀ ਰੋਕ ਦਿੰਦੇ ਨੇ, ਸਵਾਲ ਜਵਾਬ ਹੀ ਨਹੀਂ ਕਰ ਦਿੰਦੇ, ਉਹ ਸਮਝ ਲਓ ਕਿ ਦੁਨੀਆ ਦੇ ਵਿੱਚ ਜਾਨਵਰ ਤਾਂ ਹੋ ਸਕਦੇ ਨੇ ਕਿ ਜਿਹੜੇ ਕਦੀ ਸਵਾਲ ਜਵਾਬ ਨਹੀਂ ਕਰਦੇ, ਭੇਡਾਂ ਵਾਂਗੂ ਇੱਕ ਦੂਜੇ ਦੇ ਪਿੱਛੇ ਲੱਗ ਕੇ ਤਾਂ ਚੱਲਦੇ ਨੇ। ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ, ਉਹਨਾਂ ਨੂੰ ਵਿਕਾਸ ਕਰਨਾ ਵੀ ਨਹੀਂ ਆਉਂਦਾ। ਜ਼ਿੰਦਗੀ ਦੀਆਂ ਉਹਨਾਂ ਨੂੰ ਸੁੱਖ ਸਹੂਲਤਾਂ ਦਾ, ਕਿਸੇ ਚੀਜ਼ ਦਾ ਕੋਈ ਵਿਕਾਸ ਕਿਸੇ ਖੇਤਰ 'ਚ ਨਹੀਂ ਹੁੰਦਾ। ਬਿਲਕੁਲ। ਤੇ ਮਨੁੱਖਤਾ ਦੇ ਵਿੱਚ ਇੱਕ ਦੂਜੇ ਨੂੰ ਸੁਣ ਕੇ, ਸਮਝ ਕੇ, ਪਰਖ ਕੇ, ਆਹ ਗਲਤ ਹੈ, ਆਹ ਠੀਕ ਹੈ, ਜਿਹੜਾ ਜ਼ਿੰਦਗੀ 'ਚ ਚੰਗੇ ਤਰੀਕੇ ਸਾਨੂੰ ਲੱਗਦਾ ਸੁੱਖ ਦੇਣ ਵਾਲਾ ਕੰਮ ਹੈ, ਉਹ ਅਸੀਂ ਅਪਣਾ ਲੈਂਦੇ ਹਾਂ। ਇਹ ਸਾਰਾ ਕੁਝ ਇੱਕ ਦੂਜੇ ਤੋਂ ਸਿੱਖਦੇ ਹਾਂ, ਪਰ ਸਿੱਖਣ ਦਾ ਵੀ ਕੋਈ ਢੰਗ ਤਰੀਕਾ ਹੁੰਦਾ ਹੈ, ਜਿਹੜਾ ਕਿ ਸਿੱਖਾਂ ਨੇ ਨਾਮ ਤਾਂ ਸਿੱਖ ਅਖਵਾ ਲਿਆ, ਪਰ ਸਿੱਖਣਾ ਅਜੇ ਸ਼ੁਰੂ ਨਹੀਂ ਕੀਤਾ। ਧੰਨ ਨੇ ਉਹ ਸਿੱਖ ਜਿਹੜੇ ਪੁਰਾਤਨ ਸਮਿਆਂ 'ਚ ਗੁਰੂ ਤੋਂ ਬਹੁਤ ਕੁਝ ਸਿੱਖ ਕੇ ਆਪਣਾ ਸਭ ਕੁਝ ਲੇਖੇ ਲਾ ਗਏ, ਮਨੁੱਖਤਾ ਦੇ ਭਲੇ ਵਾਸਤੇ ਜਾਨਾਂ ਤੱਕ ਵਾਰ ਗਏ, ਘਰ ਘਾਟ ਲੇਖੇ ਲਾਤੇ, ਪਰ ਉਹਨਾਂ ਨੇ ਸੱਚੀ ਮੁੱਚੀ ਸਿੱਖ ਹੋਣ ਦਾ ਸਬੂਤ ਦਿੱਤਾ। ਤੇ ਅੱਜ ਅਸੀਂ ਕਿੱਥੇ ਖਲੋਤੇ ਹਾਂ, ਇਹ ਧਿਆਨ ਮਾਰਨ ਵਾਲੀ ਗੱਲ ਹੈ। ਅਗਲੀ ਗੱਲ ਹੈ ਜਿਹੜੀ ਇਹਦੇ 'ਚ ਸਿਰਲੇਖ ਆਇਆ, ਉਹਦਾ ਸਿੱਧ ਗੋਸ਼ਟ ਆ ਹੀ ਗਿਆ ਕਿ ਗੋਸ਼ਟੀ, ਵਿਚਾਰ ਚਰਚਾ। ਪਰ ਜਿਹੜਾ ਅਸੀਂ ਨਹੀਂ ਵਿਚਾਰਿਆ ਕਦੇ, ਆਮ ਤੌਰ ਤੇ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ ਤੇ ਰਹਾਉ ਵਾਲਾ ਬੰਦ ਇੱਕੋ ਵਾਰੀ ਆਇਆ ਹੈ। ਇਸੇ ਤਰ੍ਹਾਂ ਆਸਾ ਪੱਟੀ ਰਾਗ ਦੇ, ਆਸਾ ਰਾਗ ਦੇ ਵਿੱਚ ਪੱਟੀ ਬਾਣੀ ਹੈ, ਉਹਦੇ ਵਿੱਚ ਵੀ ਰਹਾਉ ਇੱਕੋ ਵਾਰੀ ਆਇਆ ਹੈ। ਇਸੇ ਤਰ੍ਹਾਂ ਆਸਾ ਕੀ ਵਾਰ ਦੇ ਵਿੱਚ ਰਹਾਉ ਇੱਕੋ ਵਾਰੀ ਆਉਂਦਾ ਹੈ। ਤੇ ਇਸ 73 ਪੌੜੀਆਂ ਵਾਲੀ ਸਿੱਧ ਗੋਸ਼ਟ ਦੇ ਵਿੱਚ ਵੀ ਰਹਾਉ ਦਾ ਬੰਦ ਇੱਕੋ ਵਾਰੀ ਆਉਂਦਾ ਹੈ। ਭਾਵ ਕਿ ਇਹਦਾ ਸਾਰੀ ਬਾਣੀ ਦਾ ਕੇਂਦਰ ਬਿੰਦੂ ਇਹ ਹੈ, ਇਹਨੂੰ ਹਮੇਸ਼ਾ ਅਰਥ ਕਰਨ ਲੱਗੇ ਸਾਹਮਣੇ ਰੱਖਣਾ। ਇਹ ਸਾਰੀ ਜੜ ਹੈ ਸਾਰੀ ਚੀਜ਼ ਦੀ। ਇੱਥੇ ਗੁਰੂ ਸਾਹਿਬ ਜਿਹੜਾ ਕੁਝ ਕਹਿ ਰਹੇ ਨੇ ਉਹ ਲਾਜਵਾਬ ਹੈ। ਕਿਆ ਭਵੀ ਹੈ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਉਹ ਭਲਿਓ ਲੋਕੋ, ਕੀ ਭਟਕਦੇ ਫਿਰਦੇ ਹੋ, ਜੰਗਲਾਂ 'ਚ ਕਾਹਨੂੰ ਧੱਕੇ ਖਾਂਦੇ ਹੋ? ਤੁਸੀਂ ਸੱਚੇ ਸੁੱਚੇ ਹੋਣ ਦਾ ਝੂਠਾ ਨਾਟਕ ਕਰਦੇ ਹੋ, ਤੇ ਭਟਕਣ ਦੇ ਨਾਲ ਨਾ ਤਾਂ ਕੁਝ ਪ੍ਰਾਪਤੀ ਹੋਣੀ ਹੈ, ਨਾ ਲੋਕਾਂ ਦਾ ਭਲਾ ਹੋਣਾ ਹੈ, ਨਾ ਤੁਹਾਨੂੰ ਸੱਚ ਪ੍ਰਾਪਤ ਹੋਣਾ ਹੈ, ਤੇ ਨਾ ਤੁਸੀਂ ਸੁੱਚੇ ਹੋ ਸਕਣਾ ਹੈ। ਉਹ ਹੈ ਸੱਚ, ਸਾਚ ਸ਼ਬਦ। ਸ਼ਬਦ ਹੈ ਗਿਆਨ, ਅਕਲ, ਵਿਦਿਆ। ਜੇ ਤੁਸੀਂ ਵਿਦਿਆ ਲੈ ਕੇ ਅਕਲਮੰਦ ਬਣ ਜਾਓ
ਤਾਂ ਤੁਹਾਡੇ ਬੰਧਨ ਨੇ ਜਿਹੜੇ ਉਹ ਟੁੱਟ ਜਾਣਗੇ, ਗੁਲਾਮੀ ਗਲੋਂ ਲੈ ਜਾਵੇਗੀ ਤੇ ਕਰਮ ਕਾਂਡ ਗਲੋਂ ਲੈ ਜਾਣਗੇ। ਆ ਜਿਹੜਾ ਤੁਸੀਂ ਜੰਗਲਾਂ 'ਚ ਭਟਕਦੇ ਫਿਰਦੇ ਹੋ, ਨੰਗੇ ਜਟਾਂ ਵਾਲੇ, ਸੁਆਹ ਮਲਣ ਵਾਲੇ ਤੇ ਧੋਤੀ ਨੇਤੀ ਆਸਣ ਕਰਨ ਵਾਲੇ, ਇਹ ਸਾਰਾ ਪਖੰਡ ਗਲੋਂ ਲਾ ਦਿਓਗੇ, ਸਮਾਜ ਦੇ ਵਿੱਚ ਪਰਉਪਕਾਰ ਕਰੋਗੇ। ਇਹ ਚੀਜ਼ਾਂ ਅਸੀਂ ਸਾਹਮਣੇ ਰੱਖ ਕੇ ਇਹਨਾਂ ਜਿਹੜੀ ਬਾਣੀ ਦੇ ਇਹਦੇ ਵਿਚਾਰ ਕਰਨੇ ਹੁੰਦੇ ਆ। ਜੀ ਬਾਪੂ ਜੀ, ਨਾਲੇ ਇੱਥੇ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਉਹ ਹੈਗੀ ਆ ਕਿ ਗੁਰੂ ਸਾਹਿਬ ਇੱਕ ਵਿਚਾਰ ਵਟਾਂਦਰਾ ਸਿਖਾਉਂਦੇ ਆ। ਅੱਜ ਦੇ ਵਿੱਚ ਏਦਾਂ ਦੇਖਿਆ ਜਾਂਦਾ, ਤੁਹਾਡੇ ਨਾਲ ਨਿੱਜੀ ਤੌਰ ਤੇ ਬਹੁਤ ਵਾਰੀ ਲੋਕਾਂ ਨੇ ਰੰਜਿਸ਼ਾਂ ਕੱਢੀਆਂ ਵੀ ਹਾਂ ਇਹ ਵੀ ਮਤਲਬ ਜਿਹੜਾ ਘੱਗਾ ਹੈਗਾ ਉਹ ਤਾਂ ਬੋਲਦਾ ਹੀ ਗਲਤ ਆ। ਤੇ ਮੈਂ ਤਾਂ ਤੁਹਾਡੀਆਂ ਉਹ ਵੀਡੀਓ ਵੀ ਵੇਖੀਆਂ ਜਿਹਦੇ ਵਿੱਚ ਮਤਲਬ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਰੱਬ ਦੇ ਨਾਮ ਦਾ ਜਿਹੜਾ ਰੌਲਾ ਸੀ ਉਹ ਅੱਗੇ ਬਹਿ ਕੇ ਤੁਹਾਡੇ ਪਾਇਆ ਗਿਆ। ਹਾਲਾਂਕਿ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਕਿ ਇਕੱਲਾ ਵਾਹਿਗੁਰੂ ਕਹਿਣ ਨਾਲ ਰੱਬ ਰਾਜੀ ਹੋ ਜਾਂਦਾ ਤੇ ਅਗਲਿਆਂ ਦੀ ਗੱਲ ਸੁਣ ਕੇ ਜਾਂ ਤੁਹਾਡੇ ਸਟੇਜ ਤੋਂ ਉੱਤਰ ਜਾਣਾ ਹੀ ਉਹਨਾਂ ਦੀ ਸ਼ਾਇਦ ਜਿੱਤ ਹੈ। ਐਸਾ ਕੁਛ ਨਹੀਂ ਆ। ਮਤਲਬ ਮੈਂ ਇਸ ਚੀਜ਼ ਨੂੰ ਮਤਲਬ ਬੇਅਕਲੀ ਮੰਨਦਾ। ਹਾਂਜੀ ਬਾਪੂ ਜੀ, ਗੱਲ ਇਹ ਹੈ ਵੀ ਗੁਰੂ ਨਾਨਕ ਥਾਂ ਥਾਂ ਤੇ ਗਏ, ਉਹਨਾਂ ਨੇ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਬਾਹਰ ਜਾ ਕੇ ਗੱਲ ਕਰੀਦੀ ਕਿਵੇਂ ਆ, ਤੇ ਗੁਰਬਾਣੀ ਦੇ ਵਿੱਚ ਇਹਦੇ ਵਿੱਚ ਜਿੱਥੋਂ ਮੈਂ ਸ਼ੁਰੂ ਹੋਇਆ ਅੱਜ ਵੀ ਜਿਹੜਾ ਵਿਚਾਰ ਵਟਾਂਦਰਾ ਹੁੰਦਾ ਕਿਸ ਤਰੀਕੇ ਨਾਲ ਆ, ਉਹ ਅੱਜ ਜਿਵੇਂ ਡਾਂਗਾ ਸੋਟਿਆਂ ਦੇ ਨਾਲ ਹੁਣੇ ਰਣਜੀਤ ਸਿੰਘ ਜੀ ਦੇ ਨਾਲ ਹੋਇਆ, ਬਹੁਤ ਸਾਰੇ ਦਬਦਬਾ ਜਿਹੜਾ ਹੈਗਾ ਸਮਾਜ ਦੇ ਵਿੱਚ ਪਾਇਆ ਜਾਂਦਾ ਜਦੋਂ ਵੀ ਕੋਈ ਬੰਦਾ ਸੱਚ ਵਾਲੇ ਪਾਸੇ, ਸੱਚ ਵਾਲੇ ਰਾਹ ਤੇ ਤੁਰਦਾ। ਹਾਲ ਗੁਰਬਾਣੀ ਤਾਂ ਕਹਿੰਦੀ ਹੈ ਵੀ ਜਿਹੜਾ ਸੱਚੇ ਮਾਰਗ ਤੇ ਚੱਲਦਾ ਤੇ ਉਹਦੀ ਉਸਤਤ ਕਰੇ ਜਹਾਨ। ਠੀਕ ਹੈ ਜੀ, ਪਤਾ ਨਹੀਂ ਇਹ ਜਹਾਨ ਦੇ ਨਹੀਂ ਹੈਗੇ ਵੀ ਜਿਹੜੇ ਸੱਚੇ ਮਾਰਗ ਤੇ ਚੱਲਦੇ ਆ ਇਹ ਉਸਤਤੀ ਨਹੀਂ ਕਰ ਸਕਦੇ, ਇਹ ਕਿਸੇ ਹੋਰ ਪਲੈਨਟ ਤੋਂ ਆਏ ਹੋਏ ਆ, ਜਾਂ ਇਉਂ ਕਰ ਲਈਏ ਵੀ ਸੱਚ ਨੂੰ ਜਾਣੇ ਬਿਨਾਂ ਲੋਕ ਏਦਾਂ ਦਾ ਰੌਲਾ ਪਾਉਂਦੇ ਆ। ਇਹਦੇ ਬਾਰੇ ਤੁਸੀਂ ਵਿਸਥਾਰ ਦੇ ਨਾਲ ਦੱਸੋ। ਤੁਹਾਡੇ ਨਾਲ ਨਿੱਜੀ ਤੌਰ ਤੇ ਵੀ ਕਈ ਵਾਰੀ ਹੋਇਆ ਆ, ਉਹਨਾਂ ਘਟਨਾਵਾਂ ਨੂੰ ਵੀ ਤੁਸੀਂ ਸਾਂਝਾ ਕਰ ਸਕਦੇ। ਸਾਡਾ ਨਾ ਅਚੇਤ ਮਨ ਹੈ ਜਿਹੜਾ ਉਹ ਪਰੰਪਰਾਵਾਦੀ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਅਸੀਂ ਬਿਨਾਂ ਸੋਚੇ ਸਮਝੇ ਤੋਂ ਸਾਡੇ ਨੈਣ ਨਕਸ਼, ਸਾਡਾ ਬੋਲਣਾ ਚੱਲਣਾ, ਆਵਾਜ਼ ਤੇ ਖੂਨ ਦਾ ਬਲੱਡ ਗਰੁੱਪ ਵਗੈਰਾ ਨੇ, ਜਿਹੜੇ ਜੀਨਸ ਨੇ, ਜਿਹੜੇ DNA ਨੇ, ਇਹ ਸਾਡੇ ਬਜ਼ੁਰਗਾਂ ਨਾਲ ਪਿੱਛੋਂ ਅੱਗੇ ਤੋਂ ਅੱਗੋਂ ਲਗਾਤਾਰ ਚੱਲਦੇ ਰਹਿੰਦੇ ਨੇ। ਇਹਦੇ ਵਿੱਚ ਬਦਲਾਅ ਲਿਆਉਣ ਵਾਸਤੇ ਸਾਨੂੰ ਆਪ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ, ਪਰ ਇਹ ਤਾਂ ਕਰਾਂਗੇ ਜੇ ਸਾਨੂੰ ਇਸ ਗੱਲ ਦੀ ਸਮਝ ਹੋਵੇਗੀ ਕਿ ਅਸੀਂ ਇਸ ਜਿਹੜੀ ਪੁਰਾਤਨ ਪਰੰਪਰਾ ਸਾਡੇ ਮਨ ਦੇ ਵਿੱਚ ਬੈਠੀ ਹੋਈ ਹੈ ਉਹਨੂੰ ਜੇ ਬਦਲਣਾ ਹੈ ਤਾਂ ਸਾਨੂੰ ਆਪ ਯਤਨ ਕਰਨਾ ਪਵੇਗਾ, ਉਪਰਾਲਾ ਕਰਨਾ ਪਵੇਗਾ। ਹੁਣ ਜਦੋਂ ਅਸੀਂ ਪਿੰਡਾਂ ਦੇ ਵਿੱਚ ਅੱਜ ਵੀ ਜਾਂਦੇ ਹਾਂ, ਸ਼ਹਿਰਾਂ ਦੇ ਵਿੱਚ ਵੀ ਹੈਗੀਆਂ ਨੇ ਕਈਆਂ ਥਾਵਾਂ ਤੇ ਮਟੀਆਂ ਬਣੀਆਂ ਹੋਈਆਂ ਨੇ, 2-2 4-4 ਇੱਟਾਂ ਰੱਖੀਆਂ ਨੇ, ਕਿਤੇ ਕਬਰਾਂ ਬਣੀਆਂ ਨੇ ਤੇ ਕਿਤੇ ਕੋਈ ਹੋਰ ਇਸ ਤਰ੍ਹਾਂ ਦੇ ਪੱਥਰ ਦੇ ਟੁਕੜੇ ਰੱਖੇ ਨੇ, ਉਹਨਾਂ ਦੀ ਅੱਜ ਤੱਕ ਪੂਜਾ ਹੋ ਰਹੀ ਹੈ। ਤੇ ਉਹ ਮਾਈਆਂ ਬੀਬੀਆਂ, ਮੱਥੇ ਟੇਕਣ ਵਾਲੇ ਵੀਰ ਭਾਈ ਉਹ ਗੱਲ ਵੀ ਸੁਣਨ ਨੂੰ ਤਿਆਰ ਨਹੀਂ, ਉੱਥੇ ਨਮਸਕਾਰਾਂ ਕਰ ਰਹੇ ਨੇ। 1 ਸਾਲ ਪੂਰਾ ਲਗਾਤਾਰ ਉੱਥੇ ਕੁੱਤੇ ਮਲਮੂਤਰ ਕਰਦੇ ਨੇ। ਉਹ ਧੁੱਪੇ ਮਿੱਟੀ ਘੱਟੇ 'ਚ ਉਹ ਜਿਹੜੀਆਂ ਮੜੀਆਂ ਨੇ ਉਹ ਸੜਦੀਆਂ ਬਲਦੀਆਂ ਰਹਿੰਦੀਆਂ ਨੇ। ਉਹਨਾਂ ਦੀ ਜਿਹੜੀ ਆਖੇ ਜਾਂਦੇ ਦੇਵਤੇ ਨੇ, ਲੋਕਾਂ ਦੀ ਉਹ ਮਾਨਤਾ ਪੂਰੀ ਕਰਦੇ ਨੇ, ਮੰਗਾਂ ਪੂਰੀਆਂ ਕਰਦੇ ਨੇ, ਪਰ ਆਪ ਉਹ ਗੰਦਗੀ 'ਚ ਲਿਬੜੇ ਤਿਬੜੇ ਹੁੰਦੇ ਨੇ, ਗੰਦਗੀ ਦੇ ਢੇਰ ਲੱਗੇ ਹੁੰਦੇ ਨੇ, ਪਰ ਉਹਨਾਂ ਦੀ ਵੀ ਲੋਕ ਪੂਜਾ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਅਚੇਤ ਮਨ 'ਚ ਗੱਲ ਖੁੱਭ ਗਈ ਕਿ ਇਹਨਾਂ ਦੀ ਪੂਜਾ ਕਰਨੀ ਹੈ, ਹੋਰ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਗੱਲ। ਬਿਲਕੁਲ ਇਸੇ ਤਰ੍ਹਾਂ ਕੋਈ ਸਾਧ ਦਾ ਚੇਲਾ ਬਣ ਗਿਆ ਤੇ ਕੋਈ ਕਿਸੇ ਹੋਰ ਚੀਜ਼ ਨੂੰ ਪੂਜਣ ਲੱਗ ਪਿਆ। ਇਸੇ ਤਰ੍ਹਾਂ ਆ ਜਿਹੜੇ ਕਰਮ ਕਾਂਡ ਨੇ, ਵਰਤ ਰੱਖਣਾ, ਦਿਨ ਚੰਗਾ ਮਾੜਾ ਹੁੰਦਾ ਹੈ, ਤੇ ਇਹਨਾਂ ਦੀ ਜਿਹੜੀ ਪੂਜਾ ਹੈ ਇਹ ਸਾਡੇ ਅਚੇਤ ਮਨ 'ਚ ਬਹਿ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਉਸ ਅਚੇਤ ਮਨ 'ਚੋਂ ਕੱਢਣ ਵਾਸਤੇ ਸਾਨੂੰ ਸਵਾਲ ਜਵਾਬ ਦੇ ਰਾਹ ਤੋਰਿਆ। ਤੇ ਇਹ ਜਿਹੜੇ ਲੋਕ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਅਸਲ ਦੇ ਵਿੱਚ ਇਹਨਾਂ ਦਾ ਮਾਨਸਿਕ ਵਿਕਾਸ ਇੱਕ ਤਰ੍ਹਾਂ ਦਾ ਫਰੀਜ ਹੋ ਗਿਆ, ਰੁਕ ਗਿਆ, ਜੰਮ ਗਿਆ, ਅੱਗੇ ਖੁੱਲਣ ਨੂੰ ਇਹ ਤਿਆਰ ਨਹੀਂ ਹੈਗੇ। ਤੇ ਜਦੋਂ ਇਹਨਾਂ ਨੂੰ ਥੋੜੀ ਬਹੁਤ ਸਮਝ ਆਉਂਦੀ ਹੈ ਉਦੋਂ ਤੱਕ ਉਮਰ ਬੀਤ ਚੁੱਕੀ ਹੁੰਦੀ ਹੈ, ਸਮਾਂ ਲੰਘ ਚੁੱਕਿਆ ਹੁੰਦਾ ਹੈ। ਇਹਨਾਂ ਦੇ ਅਖੌਤੀ ਜਿਹੜੇ ਗਰਮ ਖਿਆਲੀ ਲੋਕ ਨੇ, ਮੈਂ ਇਹਨਾਂ ਦੇ ਮੁਖੀਆਂ ਨੂੰ ਵੀ ਮਿਲਿਆ, ਸਵਾਲ ਜਵਾਬ ਕੀਤਾ, ਇਹਨਾਂ ਕੋਲੇ ਆਪਣੀਆਂ ਗੱਲਾਂ ਦਾ ਸਵਾਲ ਦਾ ਜਵਾਬ ਕੋਈ ਨਹੀਂ। ਇੱਥੋਂ ਤੱਕ ਇਹਨਾਂ ਦੀਆਂ ਕਿਤਾਬਾਂ 'ਚ ਇਹਨਾਂ ਨੇ ਕੂੜ ਕਬਾਲ ਆਪ ਲਿਖਿਆ ਹੋਇਆ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਤੇ ਲਿਖਣ ਲੱਗੇ ਵੀ ਇਹਨਾਂ ਨੂੰ ਰੱਤੀ ਮਾਸਾ ਸ਼ਰਮ ਨਹੀਂ ਆਈ, ਸੁਣਾਉਣ ਲੱਗੇ ਵੀ ਕੋਈ ਇਹਨਾਂ ਨੂੰ ਸ਼ਰਮ ਨਹੀਂ ਆਈ। ਤੇ ਜਿਹੜੇ ਅੱਗੇ ਇਹਨਾਂ ਦੇ ਚੇਲੇ ਨੇ, ਅੱਗੇ ਤੋਂ ਅੱਗੇ ਉਹ ਲੋਕਾਂ ਨੂੰ ਉਹੋ ਜਿਹੇ ਬਣਾਉਂਦੇ ਆ ਰਹੇ ਨੇ। ਜੇ ਇਸ ਤਰ੍ਹਾਂ ਦੇ ਆਪਾਂ ਸਾਰੇ ਬਣਦੇ ਰਹੇ
ਤਾਂ ਸਮਾਜ ਦੇ ਵਿੱਚ ਅਸੀਂ ਬਹੁਤ ਬੁਰੀ ਤਰ੍ਹਾਂ ਗਰਕ ਜਾਵਾਂਗੇ। ਪਹਿਲਾਂ ਹੀ ਅਸੀਂ ਗਰਕੇ ਹੋਏ ਹਾਂ, ਬਹੁਤ ਪਿੱਛੇ ਰਹਿ ਗਏ ਹਾਂ, ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਹਾਂ, ਮਾਨਸਿਕ ਵਿਕਾਸ ਨਹੀਂ ਹੋਇਆ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦਾ ਅਸੀਂ ਵਿਕਾਸ ਨਹੀਂ ਕਰ ਸਕੇ, ਗੁਰਬਾਣੀ ਨੂੰ ਅਸੀਂ ਸਮਝ ਨਹੀਂ ਸਕੇ। ਹਰ ਸਿੱਖ ਦੇ ਘਰ ਦੇ ਵਿੱਚ ਚੰਗੀਆਂ ਕਿਤਾਬਾਂ ਦੀ ਛੋਟੀ ਜਿਹੀ ਲਾਇਬ੍ਰੇਰੀ ਹੋਵੇ, ਪੜ੍ਹਨ ਲਿਖਣ ਦਾ ਸੁਭਾਅ ਹੋਵੇ, ਪਰ ਇਹ ਮਾਨਸਿਕ ਵਿਕਾਸ ਵਾਲੇ ਪਾਸੇ ਸਿੱਖ ਤੁਰਨ ਤੋਂ ਬਹੁਤ ਅਸਮਰੱਥ ਹੋ ਗਏ, ਬਸ ਪਰੰਪਰਾਵਾਦੀ ਬਣ ਕੇ ਰੁਕ ਗਏ ਨੇ। ਬਾਪੂ ਜੀ, ਨਾਲੇ ਇਸ ਬਾਣੀ ਦੇ ਵਿੱਚ ਜਿੱਥੇ ਗੱਲ ਕੀਤੀ ਜਾਂਦੀ ਹੈ ਨਾ ਕਿ ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਜੇ ਤਰਿਆ ਹੀ ਨਹੀਂ ਜਾ ਸਕਦਾ ਤੇ ਇਹਦੇ ਵਿੱਚ ਪਾਰ ਕਿੱਦਾਂ ਪਾਇਆ ਜਾ ਸਕੇ। ਜਿਹੜੀ ਦੁਤਰ ਹੈਗੀ ਆ ਨਹੀਂ ਤਰੀ ਜਾਣ ਵਾਲੀ ਹੈਗੀ ਆ, ਮਤਲਬ ਇਦਾਂ ਦਾ ਉਲਝਣਾ ਭਰਿਆ ਜਿਹੜਾ ਸਮਾਜ ਹੈਗਾ, ਇਹਦੇ ਵਿੱਚੋਂ ਕਿੱਦਾਂ। ਉਹ ਕਹਿ ਰਹੇ ਆ ਕਿ ਸਾਡਾ ਤਾਂ ਬਚਨਾ ਨਿਰਲੇਪ ਰਹਿਣਾ ਹੀ ਠੀਕ ਸੀ। ਤੇ ਜਦੋਂ ਗੁਰੂ ਸਾਹਿਬ ਦੇ ਨਾਲ ਗੱਲ ਕਰਦੇ ਆ ਨਾ ਚੌਥੇ ਬੰਦ ਦੇ ਵਿੱਚ, ਤਾਂ ਇਦਾਂ ਵੀ ਹੁੰਦਾ, ਕਹਿੰਦੇ ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰੋ। ਹਾਂਜੀ, ਗੁਰੂ ਸਾਹਿਬ ਕਹਿੰਦੇ ਆਪੇ ਆਖਿਆ ਆਪੇ ਸਮਝੇ ਤਿਸ ਕਿਆ ਉੱਤਰ ਦੀਜੈ। ਮਤਲਬ ਜਿਹੜਾ ਬੰਦਾ ਆਪ ਹੀ ਸਿਆਣਾ ਬਣਦਾ ਹੋਵੇ ਆਪਣੇ ਆਪ ਦੇ ਵਿੱਚ, ਉਹਨੂੰ ਉੱਤਰ ਕਿੱਥੇ ਦਿੱਤਾ ਜਾਂਦਾ। ਜਿਹੜਾ ਗੱਲ ਭਾਵ ਮੰਨਣ ਲਈ ਤਿਆਰ ਹੀ ਨਹੀਂ ਹੈਗਾ, ਉਹਨੂੰ ਵੀ ਕਿਤੇ ਸਮਝਾਇਆ ਜਾ ਸਕਦਾ। ਉਹਨੇ ਤਾਂ ਜਿੱਦ ਕਰਨੀ ਹੈ। ਹਾਂਜੀ, ਉਹ ਜਿੱਦ ਕਰੇਗਾ। ਔਰ ਇਹੋ ਜਿਹਿਆਂ ਨੂੰ ਗੁਰੂ ਸਾਹਿਬ ਸਿੱਧੇ ਵੀ ਉੱਥੇ ਹੋਣਗੇ ਨਾ, ਆਪਣਾ ਆਪ ਦਿਖਾਉਣ ਵਾਲੇ ਵੀ ਹੋਣਗੇ ਉਹਨਾਂ ਦੇ ਵਿੱਚ। ਕਈ ਮਤਲਬ ਜ਼ਿਆਦਾ ਉਹ ਕਹਿੰਦੇ ਨਾ, ਆਪਣੇ ਕਹਿੰਦੇ ਪੁੱਛਰੇ ਹੁੰਦੇ ਆ ਤੇ ਵਿੱਚੋਂ ਨਿਕਲ ਕੇ ਪੈਂਦੇ ਆ ਵੀ ਤੈਨੂੰ ਵੇਖ ਲੈਨੇ, ਤੈਨੂੰ ਵੇਖ ਲੈਨੇ। ਹਾਂਜੀ, ਉਹ ਗੱਲ ਗੁਰੂ ਸਾਹਿਬ ਇੱਥੇ ਵੀ ਕਹਿ ਰਹੇ ਆ ਵੀ ਜਿਹੜਾ ਯਾਰ ਆਪਣੇ ਆਪ ਦੇ ਵਿੱਚ ਹੀ ਆਪਣੇ ਆਪ ਨੂੰ ਹੀ ਸਭ ਕੁਝ ਸਮਝੀ ਬੈਠਾ, ਉਹਨੂੰ ਕਾਹਦਾ ਉੱਤਰ ਦੇਣਾ। ਜਿਹੜਾ ਆਪ ਆਪਣੇ ਆਪ ਨੂੰ ਬਾਲਾ ਸਿਆਣਾ ਸਮਝ ਬੈਠਾ, ਉਹਨੇ ਕਿਸੇ ਦੀ ਗੱਲ ਨੂੰ ਮੰਨਣਾ ਥੋੜੀ ਨਾ ਹੁੰਦਾ। ਬਿਲਕੁਲ। ਨਾਲੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ, ਮੈਂ ਹਮੇਸ਼ਾ ਸਰੋਤਿਆਂ ਦੇ ਸਨਮੁਖ ਵੀ ਇਹ ਗੱਲ ਰੱਖਦਾ, ਸਹਿਮਤੀ ਤੇ ਅਸਹਿਮਤੀ ਦੋ ਗੱਲਾਂ ਹੁੰਦੀਆਂ। ਕਿਸੇ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ, ਕਿਸੇ ਨਾਲ ਨਹੀਂ ਹੋਇਆ ਜਾ ਸਕਦਾ। ਜੇ ਨਹੀਂ ਸਹਿਮਤ ਹੋ ਤਾਂ ਸਿੱਧਾ ਕਿਹਾ ਜਾ ਸਕਦਾ ਹੈ ਵੀ ਸਾਨੂੰ ਇਹਦੇ ਵਿੱਚ ਸਹਿਮਤੀ ਨਹੀਂ ਲੱਗਦੀ, ਆਪਦਾ ਕਾਰਨ ਦੱਸਿਆ ਜਾ ਸਕਦਾ ਹੈ ਤੇ ਫਿਰ ਉਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ। ਪਰ ਰੌਲਾ ਕੀ ਹੈ, ਸਿੱਧਾ ਆਕੜ ਕੇ ਔਰ ਐਗਰੈਸਿਵ ਹੋ ਜਾਣਾ ਔਰ ਮਤਲਬ ਉਛਲ ਕੁਦਲ ਕਰਨ ਲੱਗਣਾ। ਐਵੇਂ ਉਹ ਕਹਿੰਦੇ ਨਾ ਵੀ ਭਾਰੇ ਪੈਣ ਦੀ ਕੋਸ਼ਿਸ਼ ਕਰਨੀ ਅਗਲੇ ਤੇ। ਸਿਆਣੇ ਕਹਿੰਦੇ ਜਿਹਨੂੰ ਗੱਲਬਾਤ ਖਤਮ ਹੋ ਜਾਂਦੀ ਹੋਵੇ, ਉਹ ਕੱਲਾ ਮੂੰਹ ਚਲਾਉਣ ਲੱਗਦਾ ਤੇ ਹੱਥ ਚਲਾਉਣ ਲੱਗਦਾ। ਮੈਂ ਉਹ ਤੋਂ ਗੱਲਬਾਤ ਦਾ ਵਿਸ਼ਾ ਦਿਮਾਗ ਵਾਲਾ ਕਿੱਸਾ ਖਤਮ ਹੋ ਜਾਂਦਾ। ਹਾਂਜੀ, ਤੇ ਇੱਥੇ ਕਿਹਾ ਗਿਆ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ। ਹਾਂਜੀ, ਇੱਥੇ ਜਿਹੜਾ ਤਰੀਕਾ ਆ ਹਮੇਸ਼ਾ ਉਹ ਜਿਹੜਾ ਸੰਸਾਰ ਦੇ ਵਿੱਚ ਇੱਕ ਸਿਸਟਮ ਵਾਲਾ ਚੱਲ ਰਿਹਾ, ਨੇਕ ਨੀਤੀ ਵਾਲਾ ਚੱਲ ਰਿਹਾ, ਉਹ ਕਿਤੇ ਲੱਭਣ ਦੀ ਵੀ ਜ਼ਰੂਰਤ ਆ। ਗੱਲ ਤਾਂ ਹੈਗੀ ਤੁਹਾਡੇ ਰਹਿਣ ਦੀ, ਤੁਹਾਡੇ ਟਿਕਣ ਦੀ, ਤੁਹਾਡੇ ਸਮਝਣ ਦੇ ਤਰੀਕੇ ਦੀ। ਪਰ ਨਾਲ ਇਹ ਲੋਕਾਂ ਨੇ ਸੋਚਿਆ ਵੀ ਸ਼ਾਇਦ ਤੀਰਥਾਂ ਨੂੰ, ਹੁਣ 68 ਤੀਰਥਾਂ ਨੂੰ ਇਹਨਾਂ ਨੇ ਬੜਾ ਮਹੱਤਵ ਦਿੱਤਾ। ਜਿਹੜੇ ਯੋਗੀ ਸਨ, ਥਾਂ ਥਾਂ ਤੇ ਤੁਰੇ ਫਿਰਦੇ ਆ, ਸਿੱਧ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ, ਇਹਦੇ ਵਿੱਚ ਉਹਨਾਂ ਨੇ ਇੱਕ ਹਵਾਲਾ ਦਿੱਤਾ, ਕਹਿੰਦੇ ਅਸੀਂ ਆਪਣਾ ਕੰਮ ਕਰਦੇ ਆ। ਉਹ ਕੰਮ ਹੈਗਾ ਵੀ ਤੀਰਥ ਨਹਾਈਏ ਸੁੱਖ ਫਲ ਪਾਈਏ ਮੈਲ ਨਾ ਲੱਗਿਆ ਕਾਈ। ਇਹ ਸਿੱਖਾਂ ਨੇ ਵੀ ਟਰੱਕਾਂ ਦੇ ਉੱਪਰ ਲਾ ਕੇ ਤੇ ਹਰ ਥਾਂ ਤੇ ਤੀਰਥਾਂ ਦੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਔਰ ਦੂਸਰੇ ਪਾਸੇ ਬਾਪੂ ਜੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਵੀ ਇਹੋ ਜਿਹਾ ਕਿਹੜਾ ਕਾਰਨ ਬਣਿਆ ਵੀ ਜਿਹੜੇ ਬਾਬੇ ਨੇ ਤੀਰਥਾਂ ਤੋਂ ਸਾਨੂੰ ਪਾਸੇ ਕਰਕੇ ਆਪਣੇ ਅੰਦਰ ਨੂੰ ਅੰਤਰਗਤ ਤੀਰਥ ਮਲ ਨਹਾਓ ਦੀ ਵਿਚਾਰਧਾਰਾ ਦਿੱਤੀ, ਅੰਦਰ ਕਿਤੇ ਆਪਣੇ ਝਾਤ ਮਾਰਨ ਦੀ ਜਿਹੜਾ ਉਹ ਗਿਆਨ ਨੂੰ ਹੀ ਤੀਰਥ ਕਹਿ ਕੇ ਬਾਬੇ ਨੇ ਨਿਵਾਜਿਆ, ਉਹ ਗੱਲ ਦੀ ਨਾ ਸਮਝ ਹੁੰਦਿਆਂ ਹੋਇਆਂ ਲੋਕਾਂ ਨੇ ਜੇ ਕਰਤਾਰਪੁਰ ਸੀ ਤਾਂ ਉਹਨੂੰ ਤੀਰਥ ਬਣਾਤਾ, ਜੇ ਨਨਕਾਣਾ ਸੀ ਉਹਨੂੰ ਤੀਰਥ ਬਣਾਤਾ। ਹਰ ਥਾਂ ਨੂੰ ਤੀਰਥ ਸਥਲ ਬਣਾ ਕੇ, ਇਤਿਹਾਸਿਕ ਸਥਾਨ ਦਾ ਨਾਮ ਦੇ ਕੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਉੱਥੇ ਟੁੱਕੜ ਇਕੱਠੇ ਕਰਨ ਦੀ ਥਾਂ ਤੇ ਹੀ ਇਹ ਸਾਰਾ ਕੁਛ ਜਿਹੜਾ ਪਲਾਨ ਹੈ ਕਿਉਂ ਆ? ਏਦਾਂ ਦੀ ਹੀ ਨੀਤੀ ਕਿਉਂ ਬਣਾਈ ਗਈ? ਇੱਥੇ ਨਾ ਹੈਰਾਨੀ ਹੁੰਦੀ ਹੈ। ਇੱਕ ਤਾਜੀ ਘਟਨਾ ਜਿਹੜੀ ਹੁਣੇ ਵਾਪਰੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੁਝ ਕਹਿ ਦਿੱਤਾ ਕਿ ਗੋਬਿੰਦ ਗੀਤਾ ਜਾਂ ਰਾਮ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੋਈ ਹੈ, ਤੇ ਉਹ ਜਿਹੜਾ ਇਕਬਾਲ ਸਿੰਘ ਹੈ ਪਟਨੇ ਵਾਲਾ, ਉਹਨੇ ਵੀ ਕਹਿ ਦਿੱਤਾ ਕਿ ਹਾਂ ਸਾਡੇ ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ। ਮੈਂ ਕੋਈ ਪਹਿਲੀ ਆਪਣੇ ਪੱਲਿਓਂ ਥੋੜਾ ਕੀਆਂ ਨੇ ਗੱਲਾਂ ਤਾਂ ਲਿਖੀਆਂ ਪਈਆਂ ਨੇ। ਬਿਲਕੁਲ। ਹੁਣ ਇੱਥੇ ਨਾ ਇਹਨੇ ਫਿਰ ਬਿਆਨ ਦਿੱਤਾ ਹੈ, ਹਰਪ੍ਰੀਤ ਸਿੰਘ ਜਥੇਦਾਰ ਜੀ ਨੂੰ ਕਹਿੰਦੇ ਨੇ ਜੀ, ਤੇ ਉਸ ਜਥੇਦਾਰ ਦਾ ਬਿਆਨ ਇਹ ਹੈ ਕਿ ਮੋਦੀ ਜੀ ਤੁਸੀਂ ਤਾਂ ਆਪਣੇ ਮੰਦਿਰ ਬਣਾ ਲਏ ਨੇ ਤੇ ਸਾਡੇ ਵੀ ਗੁਰਦੁਆਰੇ ਬਣਨ ਦੀ ਇਜਾਜ਼ਤ ਦੇ ਦਿਓ। ਤੇ ਗੁਰਦੁਆਰਿਆਂ ਦਾ ਨਾਮ ਪਤਾ ਕੀ ਹੈ? ਗੁਰਦੁਆਰੇ ਤਾਂ ਮਗਰੋਂ ਬਣਨਗੇ, ਉਹਨਾਂ ਦੀ ਮਰਿਆਦਾ ਦੀ ਤਾਂ ਮਗਰੋਂ ਦੀ ਗੱਲ ਹੋਵੇਗੀ, ਪਤਾ ਨਹੀਂ ਬਣਨਗੇ ਕਿ ਨਹੀਂ ਬਣਨਗੇ। ਪਰ ਉਹਨਾਂ ਗੁਰਦੁਆਰਿਆਂ ਦਾ ਜਿਹਨਾਂ ਜਥੇਦਾਰ ਨੇ ਜ਼ਿਕਰ ਕੀਤਾ, ਉਹਨੂੰ ਕਹਿਣ ਲੱਗੇ ਵੀ ਭੋਰਾ ਸੰਗ ਨਹੀਂ ਆਈ, ਗੁਰਦੁਆਰਿਆਂ ਦਾ ਨਾਮ ਆਪ ਲੈ ਰਿਹਾ ਤੇ ਇਹੋ ਹੀ ਚੱਲ ਰਿਹਾ। ਉਹ ਹੈ ਗੁਰਦੁਆਰਾ ਬਰਛਾ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਗੁਰਦੁਆਰਾ ਡਾਂਗਮਾਰ ਸਾਹਿਬ ਜੀ। ਇੱਕ ਤਾਂ ਗਿਆਨ ਗੋਦੜੀ ਤੇ ਗਿਆਨ ਦੀ ਗੁਦੜੀ, ਜਾਣੀ ਕਿ ਗਿਆਨ ਦੀ ਰਜਾਈ ਤਲਾਈ
ਕੱਪੜਾ ਗਿਆਨ ਦਾ, ਉਹ ਗੋਦੜੀ ਵੀ ਕੋਈ ਗੁਰਦੁਆਰੇ ਦਾ ਨਾਮ ਹੁੰਦਾ ਹੈ। ਫਿਰ ਗੁਰਦੁਆਰਾ ਡਾਂਗਮਾਰ ਵੀ ਹੁੰਦਾ ਇਹਦਾ ਮਤਲਬ ਸਿੱਖ ਡਾਂਗਾ ਮਾਰਨ ਵਾਲੇ ਹੁੰਦੇ ਨੇ। ਜਥੇਦਾਰ ਨੂੰ ਵੀ ਅਕਲ ਨਹੀਂ ਆਈ ਕਿ ਅਸੀਂ ਗੁਰਦੁਆਰਿਆਂ ਦੇ ਨਾਮ ਬਦਲਣ ਵਾਸਤੇ ਕੋਈ ਉਪਰਾਲਾ ਕਰ ਲਈਏ। ਇੱਕ ਗੁਰਦੁਆਰੇ ਦਾ ਨਾਮ ਅਸਾਮ ਦੇ ਵਿੱਚ ਬਰਛਾ ਸਾਹਿਬ ਹੈ, ਹੋਰ ਬੜੇ ਅਪਮਾਨਜਨਕ ਨਾਮ ਵੀ ਗੁਰਦੁਆਰਿਆਂ ਦੇ ਹੈਗੇ ਨੇ। ਅਸੀਂ ਤਾਂ ਹੋਰ ਵਿਕਾਸ ਤਾਂ ਕੀ ਕਰਨਾ ਸੀ, ਗੁਰਦੁਆਰਿਆਂ ਦੇ ਨਾਮ ਵੀ ਵਧੀਆ ਨਹੀਂ ਧਰ ਸਕੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਗਿਆਨ ਦੀਆਂ, ਇਹ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਬਹੁਤ ਕਮਾਲ ਦੀਆਂ ਅੱਗੇ ਦੀਆਂ ਗੱਲਾਂ ਸੁਣਾਈਆਂ ਨੇ। ਗੁਰੂ ਸਾਹਿਬ ਤਾਂ ਕਹਿੰਦੇ ਨੇ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਅਸੀਂ ਗਿਆਨ ਦੀ ਪ੍ਰਾਪਤੀ ਕਿਵੇਂ ਕਰੀਏ? ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਸਾਨੂੰ ਆਪਣੇ ਵਿਚਾਰ ਦੱਸੋ ਜਿਹੜੇ ਤੁਹਾਨੂੰ ਸਵਾਲ ਕੀਤੇ ਜਾ ਰਹੇ ਨੇ। ਸਾਡੇ ਕਿਸੇ ਗੁਰਦੁਆਰੇ 'ਚ ਸਵਾਲ ਕਰਨ ਦਾ ਇਜਾਜ਼ਤ ਨਹੀਂ ਹੈ। ਜਥੇਦਾਰ ਨੂੰ ਸਵਾਲ ਕਰ ਦਈਏ ਤਾਂ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਬਿਲਕੁਲ। ਤੇ ਇਸੇ ਤਰ੍ਹਾਂ ਮੈਂ ਖੁਦ ਜਦੋਂ ਜਥੇਦਾਰ ਦੇ ਨਾਲ ਸੀ, ਸੈਂਕੜੇ ਚਿੱਠੀਆਂ ਆਉਂਦੀਆਂ ਸੀ, ਮੈਂ ਪੜ੍ਹ ਕੇ ਜਥੇਦਾਰ ਨੂੰ ਜਿਹੜਾ ਕੋਈ ਗੱਲ ਦਾ ਜਵਾਬ ਮੈਨੂੰ ਸਮਝ ਨਹੀਂ ਸੀ ਆਉਂਦਾ, ਮੇਰੀ ਪਹੁੰਚ ਤੋਂ ਪਰੇ ਹੁੰਦਾ ਸੀ, ਕਿਉਂਕਿ ਪ੍ਰਬੰਧਕੀ ਢਾਂਚੇ ਨਾਲ ਸੰਬੰਧਿਤ ਹੁੰਦਾ ਸੀ, ਤਾਂ ਮੈਂ ਜਥੇਦਾਰ ਨੂੰ ਪੁੱਛਣਾ ਕਿ ਜਥੇਦਾਰ ਜੀ ਇਹਦਾ ਜਵਾਬ ਕੀ ਦਈਏ। ਉਹਨੇ ਬਹੁਤੀਆਂ ਚਿੱਠੀਆਂ ਬਾਰੇ ਇਹੀ ਕਹਿ ਦੇਣਾ, ਕਹਿੰਦਾ ਇਹਨੂੰ ਪਾਸੇ ਰੱਖ ਦੇ, ਇਹਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਬਿਲਕੁਲ। ਕਿੰਨੇ ਸਾਰੇ ਲੋਕ ਮਾਯੂਸ ਹੋ ਕੇ ਰਹਿ ਜਾਂਦੇ ਸੀ, ਆ ਕੇ ਮਿਲਦੇ ਸੀ ਤੇ ਮਿਲਣ ਦੇ ਸਮੇਂ ਵੀ ਜਾਂ ਤਾਂ ਉਹਨੂੰ ਮਿਲਣ ਦਾ ਸਮਾਂ ਹੀ ਨਹੀਂ ਦੇਣਾ, ਜੇ ਦੇਣਾ ਤਾਂ ਗੱਲ ਨੂੰ ਟਾਲ ਦੇਣਾ, ਤੇ ਉਹਨਾਂ ਨਾਲ ਸਵਾਲ ਜਵਾਬ ਜਥੇਦਾਰ ਖੁਦ ਨਹੀਂ ਕਰਦੇ ਸੀ, ਸਵਾਲ ਕਰਨ ਦੀ ਇਜਾਜ਼ਤ ਹੀ ਨਹੀਂ ਸੀ ਦਿੰਦੇ। ਸਾਡਾ ਗੁਰੂ ਤੇ ਕਹਿ ਰਿਹਾ, ਰੋਸ ਨਾ ਕੀਜੈ ਉੱਤਰ ਦੀਜੈ, ਸਾਨੂੰ ਉੱਤਰ ਦਿਓ, ਅਸੀਂ ਸਵਾਲ ਕਰਦੇ ਹਾਂ। ਪਰ ਸਾਡੀ ਆਪਣੀ ਜਿਹੜੀ ਸਿੱਖ ਪੰਥ ਜਥੇਬੰਦੀ ਹੈ, ਜਿਹਨੂੰ ਕਿ ਬੜੀ ਮਹਾਨ ਜਥੇਬੰਦੀ ਕਹਿ ਕੇ ਸਟੇਜਾਂ ਤੇ ਬੋਲਿਆ ਜਾਂਦਾ ਹੈ, ਉਹਦੇ ਵਿੱਚ ਆਪ ਸਾਨੂੰ ਆਪਣੀਆਂ ਕਹਾਣੀਆਂ ਸੁਣਾ ਕੇ ਪੱਥਰ ਬਣਾ ਦਿੱਤਾ ਹੈ, ਸਵਾਲ ਜਵਾਬ ਕਰਕੇ ਮਾਨਸਿਕ ਵਿਕਾਸ ਸਾਡਾ ਹੋਣ ਤੋਂ ਲਗਭਗ ਰੋਕ ਦਿੱਤਾ ਹੈ। ਗੁਰੂ ਸਾਹਿਬ ਤਾਂ ਬਗਾਨਿਆਂ ਨਾਲ ਵੀ ਸਵਾਲ ਜਵਾਬ ਕਰਦੇ ਨੇ, ਅਸੀਂ ਆਪਣਿਆਂ ਨਾਲ ਵੀ ਸਵਾਲ ਜਵਾਬ ਕਰਨ ਤੋਂ ਇਨਕਾਰੀ ਹੋ ਚੁੱਕੇ ਹੋਏ ਹਾਂ। ਕਿੰਨੇ ਪ੍ਰਚਾਰਕਾਂ ਨਾਲ ਛੇਕਣ ਦਾ ਕੰਮ ਹੋਇਆ, ਕਿੰਨੇ ਲਿਖਾਰੀਆਂ ਨੂੰ ਛੇਕਿਆ ਗਿਆ। ਜਿਹੜਾ ਵੀ ਸੁਧਾਰ ਦਾ ਕੰਮ ਕਰਦਾ ਉਹਨੂੰ ਅਪਮਾਨਿਤ ਕੀਤਾ ਜਾਂਦਾ। ਜੀ ਬਾਪੂ ਜੀ, ਨਾਲੇ ਇੱਥੇ ਗੱਲ ਕੀਤੀ ਗਈ ਸੀ ਧਰਤੀ ਤੇ ਰਹਿਣ ਦੇ ਢੰਗ। ਚਲੋ ਸਵਾਲ ਜਵਾਬ ਤਾਂ ਇਹਨਾਂ ਦੇ, ਉਹ ਕਹਿੰਦਾ ਨਾ ਵੀ ਅੱਜ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਕਿਹਾ ਗਿਆ ਵੀ ਜਥੇਦਾਰ ਦੇ ਵੱਲੋਂ ਇੱਕ ਉਹ ਨਾਲ ਮਿਊਜ਼ਿਕ ਪਲੇ ਕੀਤਾ ਹੋਇਆ, ਕਹਿੰਦੇ ਐਸੀ ਬਾਤ ਹਮਸੇ ਕਿਉਂ ਪੁੱਛਤੇ ਹੋ ਜੋ ਬਤਾਨੇ ਕੇ ਕਾਬਿਲ ਨਹੀਂ ਹੈ। ਕਿਉਂਕਿ ਇਹਨਾਂ ਦੇ ਮਤਲਬ ਇੰਨੇ ਯੋਗ ਹੀ ਨਹੀਂ ਹੈਗੇ। ਇੱਕ ਪੋਸਟ ਪਿਛਲੇ ਦਿਨਾਂ 'ਚ ਘੁੰਮ ਰਹੀ ਸੀ ਜਿਹਦੇ ਵਿੱਚ ਕਿਹਾ ਗਿਆ ਵੀ ਵਾਹ ਬਈ ਵਾਹ, ਜਥੇਦਾਰ ਵੀ ਪਤਾ ਨਹੀਂ ਕਿੱਥੋਂ ਚੁਣ ਚੁਣ ਕੇ ਲਿਆਉਂਦੇ ਆ ਜੀ। ਬੜੀ ਵੱਡੀ ਗੱਲ ਹੈ, ਇਹਨਾਂ ਨੂੰ ਲੱਭ ਪਤਾ ਨਹੀਂ ਕਿੱਥੋਂ ਜਾਂਦੇ ਆ ਜੀ, ਜਿਹੜੇ ਜਿਨ੍ਹਾਂ ਦੇ ਕੋਲੇ ਕਿਸੇ ਸਵਾਲ ਦਾ। ਇੱਕ ਤਾਂ ਉਹ ਗੱਲ ਹੁੰਦੀ ਹੈ ਨਾ ਬਾਪੂ ਜੀ ਵੀ ਪਤਾ ਸਭ ਕੁਛ ਆ, ਇਹ ਨਹੀਂ ਹੈਗਾ ਵੀ ਇਹ ਅਣਜਾਣ ਲੋਕ ਨੇ। ਅਣਜਾਣ ਨਹੀਂ, ਇੱਕ ਹੁੰਦੇ ਮੀਸਣੇ ਹੋਏ ਬਸ ਬੈਠੇ ਆ, ਸਾਰਾ ਕੁਛ ਪਤਾ। ਉਹ ਹਾਸਦੀਪ ਕੂਏ ਪਰੇ ਵਾਲੀ ਗੱਲ ਆ, ਆਪ ਜਾਣ ਬੁੱਝ ਕੇ ਖੂਹ 'ਚ ਡਿੱਗਣ ਵਾਲੀ ਗੱਲ ਆ। ਇਹਦਾ ਕਾਰਨ ਹੈ ਜੀ, ਥੋੜਾ ਜਿਹਾ 1 ਮਿੰਟ ਜੇ ਮੈਂ ਦੱਸਣ ਲੱਗੇ, ਇਹਦਾ ਕਾਰਨ ਹੈ ਲੱਖ ਰੁਪਏ ਦੇ ਨੇੜੇ ਤੇੜੇ ਮਹੀਨੇ ਦੀ ਜਥੇਦਾਰ ਨੂੰ ਤਨਖਾਹ ਮਿਲਦੀ ਹੈ ਜੀ। ਤੇ ਯੋਗਤਾ ਕੋਈ ਵੀ ਨਹੀਂ, ਬਿਨਾਂ ਯੋਗਤਾ ਤੋਂ ਸਿਰਫ ਰਾਜਨੀਤਿਕ ਲੋਕਾਂ ਦਾ ਚਮਚਾ ਬਣਨ ਦੀ ਸਹੁੰ ਖਾਣੀ ਪੈਂਦੀ ਹੈ ਕਿ ਜਿਹੜਾ ਤੁਸੀਂ ਆਖੋਗੇ ਅਸੀਂ ਅਕਾਲ ਤਖਤ ਦਾ, ਗੁਰੂ 6ਵੇਂ ਪਾਤਸ਼ਾਹ ਦਾ ਨਾਮ ਵਰਤ ਕੇ ਉਹ ਤੇ ਮੋਹਰ ਲਾ ਦਿਆਂਗੇ, ਅੰਗੂਠਾ ਲਾ ਦਿਆਂਗੇ। ਇੱਕ ਤਾਂ ਲੱਖ ਰੁਪਈਆ ਤਨਖਾਹ, ਤੇ ਫਿਰ ਗੱਡੀ, 5-7 ਬਾਡੀਗਾਰਡ, ਤੇ ਰਹਿائش ਵਾਸਤੇ ਕੋਠੀ। ਤੇ ਪਿੱਛੇ ਜੇ ਅਖਬਾਰਾਂ 'ਚ ਆ ਚੁੱਕਿਆ ਸੀ ਗਿਆਨੀ ਗੁਰਬਚਨ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਰਹਿ ਚੁੱਕਿਆ, ਉਹਦੇ ਘਰੇ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ 21 ਕਿਲੋ ਦੁੱਧ ਜਾਂਦਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 21 ਕਿਲੋ ਦੁੱਧ ਦਾ ਉਹ ਕੀ ਕਰਦਾ ਸੀ ਭਲਾ ਮਾਨਸ, ਤੇ ਇੰਨੀ ਵੀ ਕੋਈ ਦੱਸਣ ਨੂੰ ਤਿਆਰ ਨਹੀਂ। ਤੇ ਹੋਰ ਕਿੰਨਾ ਕੁਝ ਇਹ ਇਧਰੋਂ ਲੈ ਜਾਂਦੇ ਨੇ। ਤੇ ਕਈ ਬੰਦੇ ਸਾਡੇ ਵਰਗੇ ਭੋਲੇ ਆਪਣਾ ਬਹੁਤ ਸਾਰਾ ਧਨ ਪਦਾਰਥ ਸ਼ਰਧਾ ਬਸ ਹੋ ਕੇ ਇਹਨਾਂ ਦੇ ਪੈਰਾਂ ਤੇ ਮੱਥਾ ਟੇਕ ਕੇ ਅਸੀਸਾਂ ਲੈ ਕੇ ਇਉਂ ਸਮਝਦੇ ਨੇ ਕਿ ਮੈਂ ਤਾਂ ਹੁਣ ਬਹੁਤ ਵੱਡੀ ਮਾਰ ਲਈ ਹੈ, ਜਥੇਦਾਰਾਂ ਨੂੰ ਮੱਥਾ ਟੇਕ ਦਿੱਤਾ। ਇਹ ਸਾਡੀਆਂ ਜਿਹੜੀਆਂ ਇਨਕਮਾਂ ਨੇ ਅਤੇ ਬਿਨਾਂ ਗੁਣਾਂ ਤੋਂ ਲੋਕਾਂ ਵੱਲੋਂ ਕਰਵਾਈ ਜਾ ਰਹੀ ਪੂਜਾ ਹੈ, ਤੇ ਉਹ ਇਹਨਾਂ ਨੂੰ ਲੰਮੇ ਪੈਣ ਤੇ ਮਜਬੂਰ ਕਰਦੀ ਹੈ ਕਿ ਜਰਾ ਕਿ ਜੇ ਅਸੀਂ ਗੁਰਮਤ ਦਾ ਕੋਈ ਅਸੂਲ ਲਾਗੂ ਕਰਨ ਦਾ ਯਤਨ ਕੀਤਾ, ਰਾਜਨੀਤਿਕ ਲੋਕਾਂ ਨੇ ਕੰਨੋਂ ਪਕੜ ਕੇ ਸਾਨੂੰ ਬਾਹਰ ਕਰ ਦੇਣਾ। ਬਿਲਕੁਲ ਜੀ, ਨਾਲੇ ਪੁਰਾਣਿਆਂ ਦੀ ਹੋਈ ਦੁਰਦਸ਼ਾ ਤੋਂ ਹੀ ਸਿੱਖ ਲੈਣਾ ਚਾਹੀਦਾ। ਹੁਣ ਇਹ ਪਿੱਛੇ ਗਿਆਨੀ ਗੁਰਬਚਨ ਸਿੰਘ ਦੇ ਨਾਲ ਜਥੇਦਾਰ ਜੋ ਐਕਸ ਨੇ, ਉਹਨਾਂ ਦੇ ਨਾਲ ਕੀ ਹੋਇਆ ਉਹਦਾ ਪਤਾ ਵੀ ਨਹੀਂ ਲੱਗਾ ਵੀ ਉਹ ਕਦੋਂ ਚਲਿਆ ਗਿਆ। ਹਾਲਾਂਕਿ ਇੰਨੀਆਂ ਕਰਤੂਤਾਂ ਜਿਹੜੀਆਂ ਸੀ ਉਹਨਾਂ ਨੇ ਇਹੋ ਜਿਹੀਆਂ ਕਰਤੀਆਂ ਉਹਨਾਂ ਦੁਆਰਾ ਕਿ ਇਹ ਏਦਾਂ ਹੁੰਦਾ ਜਿਵੇਂ ਕੰਨ ਫੜ ਕੇ ਇੱਥੇ ਲਿਜਾਣਾ, ਕੰਨ ਫੜ ਕੇ ਉੱਥੇ ਲਿਜਾਣਾ, ਬਸ ਉਹ ਕੰਨ ਫੜਿਆ ਦਿਸਦਾ ਨਹੀਂ ਆ ਤੇ ਸ਼ਰੇਆਮ ਕੰਮਾਂ ਵਿੱਚੋਂ ਦਿਖਦਾ। ਬਾਪੂ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀ
ਵੀ ਦੁਨੀਆ ਤੇ ਰਹਿਣ ਦਾ ਢੰਗ। ਉਹਨਾਂ ਨੇ ਕਿਹਾ ਸੀ ਜੈਸੇ ਜਲ ਮੈਂ ਕਮਲ ਨਿਰਾਲਮ ਦੀ ਉਦਾਹਰਨ ਦਿੱਤੀ। ਹਾਂਜੀ, ਇਹਦੇ ਬਾਰੇ ਜੀ ਥੋੜਾ ਜਿਹਾ ਵਿਸਥਾਰ। ਹੁਣ ਬਾਕੀ ਸਾਰੇ ਜਿਹੜੇ ਸਾਡੀ ਮੈਂ ਸਟੇਜਾਂ ਦੇ ਉੱਤੇ ਬੋਲਿਆ ਜਾ ਰਿਹਾ ਹੈ ਜੀ ਕਿ ਜਿਹੜਾ ਮੋਹ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਤਿਆਗ ਦਿਓ। ਕਦੀ ਸੋਚ ਕੇ ਵੇਖੋ, ਮੈਂ ਖੁਦ ਵੀ ਇਹਨਾਂ ਗੱਲਾਂ ਦੇ ਪਤਾ ਨਹੀਂ ਸੀ, ਪਹਿਲਾਂ ਬੋਲਦਾ ਰਿਹਾ 20 ਸਾਲ ਦੇ ਨੇੜੇ ਤੇੜੇ ਪਹਿਲਾਂ ਬੋਲੀਆਂ ਨੇ, ਤੇ ਉਦੋਂ ਬਾਅਦ ਹੌਲੀ ਹੌਲੀ ਮਾਨਸਿਕ ਵਿਕਾਸ ਲਗਾਤਾਰ ਹੁੰਦਾ ਗਿਆ। ਹੁਣ ਜੇ ਮਨੁੱਖ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਮ ਨਹੀਂ ਹੈ ਉਹਨੂੰ ਆਪਾਂ ਨਿਪੁੰਸਕ ਕਹਿੰਦੇ ਆ, ਉਹਦਾ ਵਿਆਹ ਨਹੀਂ ਕਰਦੇ ਤੇ ਉਹ ਬੰਦਾ ਆਮ ਤੌਰ ਤੇ ਹਿਜੜਾ ਬਣ ਕੇ ਘਰੋਂ ਦੌੜ ਜਾਂਦਾ ਹੈ। ਬਿਲਕੁਲ। ਇਸੇ ਤਰ੍ਹਾਂ ਜੇ ਕਿਸੇ ਲੜਕੀ ਦੇ ਅੰਦਰ ਇਹ ਇੱਛਾ ਸ਼ਕਤੀ ਨਹੀਂ ਹੈ ਵਿਆਹ ਕਰਾਉਣ ਦੀ, ਬੱਚੇ ਪੈਦਾ ਕਰਨ ਦੀ ਉਹਦੇ ਕੋਲ ਯੋਗਤਾ ਨਹੀਂ ਹੈ, ਉਹ ਵੀ ਹਿਜੜੀਆਂ ਦੇ ਵਿੱਚ ਜਾ ਕੇ ਰਲ ਜਾਂਦੀ ਹੈ। ਘਰ ਦੇ ਬਸਾਉਣ ਦਾ ਉਹਦੇ ਅੰਦਰ ਇੱਛਾ ਸ਼ਕਤੀ ਹੀ ਨਹੀਂ ਹੁੰਦੀ। ਬਿਲਕੁਲ। ਤੇ ਅੱਜ ਤੱਕ ਹਿਜੜਿਆਂ ਨੇ ਕਦੇ ਦੇਸ਼ ਵਾਸਤੇ, ਧਰਮ ਵਾਸਤੇ, ਮਨੁੱਖਤਾ ਵਾਸਤੇ ਕੋਈ ਕੰਮ ਨਹੀਂ ਕੀਤਾ, ਕਿਉਂਕਿ ਉਹਨਾਂ ਦੇ ਅੰਦਰ ਉਹ ਜੋਸ਼, ਉਹ ਹਿੰਮਤ, ਹੌਸਲਾ ਕਦੀ ਪੈਦਾ ਹੀ ਨਹੀਂ ਹੁੰਦਾ। ਉਸ ਤੱਤ ਦੇ ਕਾਰਨ ਉਹਨਾਂ ਦਾ ਸਭ ਕੁਝ ਮਰ ਚੁੱਕਿਆ ਹੁੰਦਾ ਹੈ ਜੀ। ਪਰ ਇਹ ਜਿਹੜਾ ਕਾਮ ਹੈ ਇਹ ਬੰਦੇ ਇਨਸਾਨ ਦੇ, ਔਰਤ ਭਾਵੇਂ ਮਰਦ, ਉਹਨਾਂ ਨੂੰ ਜਿਉਂਦਾ ਰੱਖਣ ਵਾਸਤੇ, ਉਤਸ਼ਾਹ ਪੈਦਾ ਕਰਨ ਵਾਸਤੇ ਜ਼ਰੂਰੀ ਹੈ। ਪਰ ਗੁਰੂ ਸਾਹਿਬ ਨੇ ਇਹਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਆਖਿਆ। ਬਿਲਕੁਲ। ਹੁਣ ਕੰਟਰੋਲ 'ਚ ਤਾਂ ਸਾਡੇ ਹੱਥ ਵੀ ਹੋਣੇ ਚਾਹੀਦੇ ਆ। ਇਹੋ ਹੀ ਹੱਥ ਪਰਉਪਕਾਰ ਵੀ ਕਰ ਸਕਦੇ ਆ, ਇਹੋ ਹੀ ਹੱਥ ਜ਼ੁਲਮ ਢਾ ਸਕਦੇ ਆ, ਕਿਸੇ ਦਾ ਗਲ ਵੱਢ ਸਕਦੇ ਆ। ਗੱਲ ਤਾਂ ਇਹਨਾਂ ਨੂੰ ਵਰਤੋਂ ਕਰਨੀ ਸਿੱਖਣੀ ਹੈ ਕਿ ਅਸੀਂ ਆਪਣੇ ਅੰਗਾਂ ਦੀ, ਆਪਣੇ ਗੁਣਾਂ ਦੀ ਉਹਦੀ ਵਰਤੋਂ ਕਿਵੇਂ ਕਰਨੀ ਹੈ। ਜੇ ਕਾਮਨਾ ਹੋਵੇ ਤਾਂ ਸੰਸਾਰ ਦਾ ਅੱਗੋਂ ਪੀੜ੍ਹੀ ਨਹੀਂ ਚੱਲੇਗੀ। ਸਾਡਾ ਜ਼ਿੰਦਗੀ ਜਿਉਣ ਦਾ ਜਿਹੜਾ ਸੁੱਖ ਸਵਾਦ ਹੈ, ਦਿਲਚਸਪੀ ਹੈ, ਉਹ ਮੁੱਕ ਜਾਵੇਗੀ। ਇਸੇ ਤਰ੍ਹਾਂ ਕ੍ਰੋਧ ਜੇ ਨਾ ਹੋਵੇ ਬੰਦਾ ਡਰਪੋਕ ਬਣ ਜਾਊਗਾ। ਇਹਨੂੰ ਕ੍ਰੋਧ ਨੂੰ ਵੀਰਤਾ ਦੇ ਵਿੱਚ ਬਦਲਣਾ ਹੁੰਦਾ ਹੈ ਜੀ। ਤੇ ਇਸੇ ਤਰ੍ਹਾਂ ਲੋਭ ਹੈ, ਸਾਡੇ ਕੋਲੇ ਲੋਭ ਨਹੀਂ ਹੈ। ਲੋਭ ਤਾਂ ਹੁੰਦਾ ਹੈ ਜੇ ਬੱਚੇ ਦੇ ਪ੍ਰਤੀ ਸਾਡਾ ਪਿਆਰ, ਲੋਭ ਨਹੀਂ ਹੈ ਤਾਂ ਅਸੀਂ ਬੱਚਿਆਂ ਨੂੰ ਪਾਲਣ ਦੀ ਕਦੇ ਖੇਚਲ ਹੀ ਨਹੀਂ ਕਰਾਂਗੇ, ਤਿਆਗ ਕੇ ਭੱਜ ਜਾਵਾਂਗੇ। ਜੋਗੀ ਇਸ ਤਰ੍ਹਾਂ ਭੱਜੇ ਹੋਏ ਸੀ। ਗੁਰੂ ਸਾਹਿਬ ਨੇ ਹੱਦਾਂ ਨਿਸ਼ਚਿਤ ਕੀਤੀਆਂ ਨੇ ਕਿ ਤੁਸੀਂ ਇਸ ਨੂੰ ਸੜਕ ਤੇ, ਜਿਵੇਂ ਆਪਾਂ ਚੱਲਦੇ ਹਾਂ ਸੜਕ ਤੇ ਚੱਲਣਾ ਤਾਂ ਹੈ, ਪਰ ਆਪਣੇ ਹੱਥ ਚੱਲਣਾ, ਨਿਯਮਾਂ ਦੀ ਪਾਲਣਾ ਕਰਕੇ ਚੱਲਣਾ ਹੈ। ਇਸੇ ਤਰ੍ਹਾਂ ਮਾਇਆ ਸਾਡੇ ਕੋਲੇ ਹੋਵੇ ਤਾਂ ਸਹੀ, ਪਰ ਉਹ ਇੱਕ ਨਜਾਇਜ਼ ਤਰੀਕੇ ਨਾਲ ਲੋਕਾਂ ਨੂੰ ਲੁੱਟਣ ਦਾ ਢੰਗ ਨਾ ਹੋਵੇ। ਦੂਜਾ, ਉਹਦੀ ਬਾਅਦ ਦੇ ਵਿੱਚ ਐਸ਼ ਪ੍ਰਸਤੀ ਵਾਸਤੇ, ਲੋਕਾਂ ਦਾ ਨੁਕਸਾਨ ਕਰਨ ਵਾਸਤੇ ਦੁਰਵਰਤੋਂ ਦੇ ਢੰਗ ਨਾਲ ਉਹਦੀ ਵਰਤੋਂ ਨਾ ਕੀਤੀ ਜਾਵੇ ਜੀ। ਤਾਂ ਹੁਣ ਜੇ ਬੰਦਾ ਅਮੀਰ ਨਾ ਹੋਵੇ ਤਾਂ ਫਿਰ ਸੋਚੋ ਕਿ ਬੰਦਾ ਗਰੀਬ ਹੈ ਜਾਂ ਆਪਣਾ ਕੇਵਲ ਰੋਟੀ ਚੱਲਦੀ ਹੈ ਤਾਂ ਹੋਰਨਾਂ ਨੂੰ ਉਹ ਰੁਜ਼ਗਾਰ ਨਹੀਂ ਦੇ ਸਕੇਗਾ, ਕਾਰਖਾਨੇ ਲਈ ਨਹੀਂ ਲਾ ਸਕੇਗਾ, ਬਿਜ਼ਨਸ ਨਹੀਂ ਕਰ ਸਕੇਗਾ। ਪੈਸੇ ਦਾ ਹੋਣਾ ਜ਼ਰੂਰੀ ਹੈ ਤੇ ਫਿਰ ਉਹਦੀ ਵਰਤੋਂ ਕਰਨ ਦਾ ਢੰਗ ਤਰੀਕਾ ਇੱਕ ਹੱਦ ਦੇ ਵਿੱਚ ਰਹਿ ਕੇ ਕਰਨਾ ਹੁੰਦਾ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜੇ, ਇਹਨਾਂ ਨੂੰ ਇਸ ਤਰ੍ਹਾਂ ਯੋਗ ਢੰਗ ਨਾਲ ਵਰਤਣਾ ਸਿੱਖਣਾ ਹੈ। ਤਾਂ ਹੀ ਗੁਰੂ ਸਾਹਿਬ ਨੇ ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੈ। ਇਹ ਜਿਵੇਂ ਸਮੁੰਦਰ 'ਚ ਜਾਂ ਪਾਣੀ 'ਚ ਕਮਲ ਦਾ ਫੁੱਲ ਰਹਿੰਦਾ ਹੈ, ਉਹਨੂੰ ਪਾਣੀ ਗਾਲ ਨਹੀਂ ਸਕਦਾ ਜਾਂ ਕੋਈ ਹੋਰ ਉਹਦਾ ਨੁਕਸਾਨ ਨਹੀਂ ਕਰਦਾ। ਗੰਦੇ ਪਾਣੀ 'ਚ ਰਹਿ ਕੇ ਵੀ ਕਮਲ ਦਾ ਫੁੱਲ ਸੁੰਦਰਤਾ ਤਿਆਗਦਾ ਨਹੀਂ, ਉਹਨੇ ਉਹਦੇ ਵਿੱਚ ਰਹਿਣਾ ਸਿੱਖ ਲਿਆ। ਤੇ ਇਹ ਢੰਗ ਤਰੀਕੇ ਗੁਰੂ ਸਾਹਿਬ ਨੇ ਉਦਾਹਰਨਾਂ ਦੇ ਕੇ ਸਾਨੂੰ ਸਮਝਾਏ ਨੇ। ਹੋਰ ਇਹੋ ਜਿਹੀਆਂ ਬੇਅੰਤ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚ। ਬਾਪੂ ਜੀ, ਇਹਦੇ ਵਿੱਚ ਇੱਕ ਥਾਂ ਤੇ ਗੱਲ ਜਿਹੜੀ ਉਹ ਗੁਰੂ ਸਾਹਿਬ ਨੂੰ ਸਵਾਲ ਰੂਪ ਦੇ ਵਿੱਚ ਕੀਤੀ ਜਾਂਦੀ ਹੈ, ਜਿਹੜਾ ਕਿ ਹੁਣ ਦਾ ਬਹੁਤ ਵਿਸ਼ਾ ਰਿਹਾ, ਕਰੰਟ ਵਿਸ਼ਾ, ਕਿ ਗੁਰੂ ਕੌਣ। ਜਦੋਂ ਭਗਤ ਸਾਹਿਬਾਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਗੁਰੂ ਵੱਲੋਂ ਇਸ਼ਾਰਾ ਕੀਤਾ, ਜਿਹੜੀ ਉਹਨਾਂ ਦੀ ਬਾਣੀ ਹੈ, ਉਹਨਾਂ ਨੇ ਵੀ ਕਿਹਾ ਵੀ ਗੁਰੂ ਦੇ ਦੁਆਰ ਤੋਂ ਸਾਨੂੰ ਸੋਝੀ ਮਿਲਦੀ ਹੈ। ਕਿਤੇ ਕਿਤੇ ਤਾਂ ਏਦਾਂ ਵੀ ਕਿਹਾ ਵੀ ਜਿਹੜੀ ਹੈ ਗੁਰੂ ਹੈਗਾ ਉਹ ਬੁੱਧ ਵਿਵੇਕ ਤੋਂ ਵੱਡਾ ਗੁਰੂ ਕਿਹੜਾ ਹੋ ਸਕਦਾ। ਇਸ ਤਰੀਕੇ ਨਾਲ ਵੀ ਕਬੀਰ ਜੀ ਨੇ ਇਸ਼ਾਰੇ ਦਿੱਤੇ। ਦੂਸਰੇ ਪਾਸੇ ਇੱਥੇ ਗੁਰੂ ਜੀ ਨੂੰ ਵੀ ਪੁੱਛਿਆ ਗਿਆ ਵੀ ਕਵਣ ਗੁਰੂ ਜਿਸਕਾ ਤੂੰ ਚੇਲਾ, ਔਰ ਇਸ ਤਰੀਕੇ ਨਾਲ ਉਹਨਾਂ ਨੂੰ ਸਵਾਲ ਕਰਕੇ ਗੁਰੂ ਸਾਹਿਬ ਨੇ ਜਿਹੜੇ ਕਲੈਰੀਫਿਕੇਸ਼ਨ ਦਿੱਤੇ ਉਹ ਅਗਲੇ ਗੁਰੂ ਸਾਹਿਬਾਨਾਂ ਤੇ ਲਾਗੂ ਕਿਉਂ ਨਹੀਂ ਹੁੰਦੇ। ਜਿਵੇਂ ਜਿੰਨੀ ਵੀ ਆਪਾਂ ਇਤਿਹਾਸ ਜਾਂ ਹਿਸਟਰੀ ਪੜ੍ਹਦੇ ਆ ਨਾ, ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਭਾਈ ਲਹਿਣਾ ਜੀ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਤਾਂ ਮੰਨ ਲੈਂਦੇ ਆ, ਪਰ ਕੀ ਗੁਰੂ ਅੰਗਦ ਸਾਹਿਬ ਦਾ ਗੁਰੂ ਸ਼ਬਦ ਗੁਰੂ ਨਹੀਂ ਹੈ? ਉਸ ਢੰਗ ਦੇ ਨਾਲ ਇਹਨੂੰ ਕਿਉਂ ਨਹੀਂ ਲਿਆ ਜਾਂਦਾ? ਇਸ ਨੂੰ ਇੱਕ ਲਹਿਰ ਦਾ ਅੰਗ, ਅਗਲਾ ਹਿੱਸੇਦਾਰ ਕਿਉਂ ਨਹੀਂ ਲਿਆ ਜਾਂਦਾ? ਹਾਲਾਂਕਿ ਉੱਥੇ ਆ ਕੇ ਉਹ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ? ਕਹਿਣ ਤੋਂ ਭਾਵ ਸ਼ਬਦ ਗੁਰੂ ਸੁਰ ਧੁਨ ਚੇਲੇ ਦਾ ਜਿਹੜਾ ਕੰਸੈਪਟ ਹੈ, ਕੀ ਉਹੀ ਅੱਗੇ ਚੱਲਦਾ ਹੈ ਜਾਂ ਇੱਥੇ ਆਪਣਾ ਜਿਹੜੀ ਖੁਦ ਮੁਖਤਿਆਰੀ ਹੁੰਦੀ ਹੈ, ਉਹਨਾਂ ਦੇ ਕੰਮ ਕਰਨ ਦੀ ਇੱਛਾ, ਉਹ ਕੇਵਲ ਇੱਕ ਦੂਜੇ ਨੂੰ ਦੇਖ ਕੇ ਹੀ ਸੀ ਜਿਹੜੀ ਚੱਲ ਰਹੀ ਸੀ? ਇਹਦੇ ਬਾਰੇ ਕੀ ਵਿਚਾਰ ਹੈ ਜੀ ਤੁਹਾਡਾ? ਹਾਂ, ਇੱਥੇ ਕਿਤੇ ਨਾ ਕਿਤੇ ਸਾਨੂੰ ਸਮਝਣ ਦੇ ਵਿੱਚ ਭੁਲੇਖਾ ਲੱਗਿਆ। ਉਹ ਮੈਨੂੰ ਲੱਗਦਾ ਹੈ
ਹੋਰ ਖੋਜ ਹੋਣ ਦੀ ਵੀ ਲੋੜ ਹੈ ਕਿ ਗੁਰੂ ਸਾਹਿਬ ਨੇ, ਅਸੀਂ ਅੱਜ ਸਤਿਕਾਰ ਦੇ ਨਾਲ ਉਹਨਾਂ ਨੂੰ ਗੁਰੂ ਸਾਹਿਬ ਕਹਿ ਦਿੰਦੇ ਆ, ਕਿਉਂਕਿ ਸਾਡੇ ਕੋਲੇ ਇਦੋਂ ਵਧੀਆ ਹਾਲੀ ਤੱਕ ਹੋਰ ਸ਼ਬਦ ਨਹੀਂ ਹੈ। ਜੇ ਇਹਨੂੰ ਤੁਰੰਤ ਬਦਲਣ ਦਾ ਯਤਨ ਕਰੀਏ ਤਾਂ ਬੜਾ ਵਿਵਾਦ ਖੜਾ ਹੋ ਜਾਂਦਾ ਹੈ। ਬਿਲਕੁਲ। ਪਰ ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਸ਼ਬਦ ਨੂੰ, ਗਿਆਨ ਨੂੰ ਤੇ ਜਾਂ ਗਿਆਨ ਰੂਪ ਰੱਬ ਨੂੰ ਆਪਣਾ ਗੁਰੂ ਉਹਨਾਂ ਨੂੰ ਮੰਨਿਆ। ਹੁਣ ਜਦੋਂ ਪੰਜਵੇਂ ਪਾਤਸ਼ਾਹ ਨੇ ਸਰਲੇਖ ਦਿੱਤਾ ਹੈ, ਉਹਨਾਂ ਨੇ ਕੋਈ ਸਰਲੇਖ, ਗੁਰਬਾਣੀ ਜਿੱਥੇ ਲਿਖੀ ਜਾਂਦੀ ਹੈ, ਸ਼ਬਦ ਲਿਖੇ ਜਾਂਦੇ ਨੇ, ਉੱਥੇ ਕੋਈ ਆਪਣੀ ਮਰਜ਼ੀ ਨਾਲ ਨਵੀਂ ਵਿਚਾਰਧਾਰਾ ਤਾਂ ਦਿੱਤੀ ਨਹੀਂ ਹੈ। ਜੋ ਸਿੱਖਿਆ ਬਾਣੀ ਦੇ ਰਾਹੀਂ ਅਤੇ ਪ੍ਰੈਕਟੀਕਲ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਸਿੱਖਿਆ ਦਿੱਤੀ, ਅੱਗੋਂ ਗੁਰੂ ਅਮਰਦਾਸ ਨੂੰ, ਗੁਰੂ ਰਾਮਦਾਸ ਨੂੰ, ਗੁਰੂ ਅਰਜਨ ਸਾਹਿਬ ਨੂੰ ਸਿੱਖਿਆ ਮਿਲੀ, ਉਹਦੇ ਮੁਤਾਬਕ ਗੁਰੂ ਅਰਜਨ ਸਾਹਿਬ ਨੇ ਜਦੋਂ ਬਾਣੀ ਦਾ ਕੋਈ ਸ਼ਬਦ ਲਿਖਣਾ ਹੈ, ਉਦੋਂ ਮਹੱਲਾ ਪਹਿਲਾ, ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ ਤਾਂ ਲਿਖਿਆ ਹੈ, ਉੱਥੇ ਗੁਰੂ ਪਹਿਲਾ, ਗੁਰੂ ਦੂਜਾ ਕਿਤੇ ਵੀ ਨਹੀਂ ਲਿਖਿਆ। ਬਿਲਕੁਲ। ਤੇ ਕਈ ਸਾਰੇ ਜਿਹੜੇ ਭੈਣ ਭਰਾ ਨੇ ਕਬੀਰ ਜੀ ਨਾਲ ਸੰਬੰਧਿਤ, ਰਵਿਦਾਸ ਜੀ ਨਾਲ ਸੰਬੰਧਿਤ, ਉਹ ਵੀ ਸਾਡੇ ਤੇ ਇਹ ਸਵਾਲ ਕਰਦੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਭਗਤਾਂ ਬਾਰੇ ਸ਼ਬਦ ਉੱਥੇ ਸਰਲੇਖ ਭਗਤ ਲਿਖਿਆ ਹੋਇਆ ਹੈ, ਤਾਂ ਗੁਰੂਆਂ ਬਾਰੇ ਤਾਂ ਵੀ ਉੱਥੇ ਗੁਰੂ ਕਿਤੇ ਨਹੀਂ ਲਿਖਿਆ ਹੋਇਆ, ਮਹੱਲਾ ਪਹਿਲਾ ਦੂਜਾ ਲਿਖਿਆ ਹੋਇਆ, ਫਿਰ ਤੁਸੀਂ ਉਹਦੇ ਮੁਤਾਬਕ ਚੱਲੋ। ਸੋ ਇਹਨਾਂ ਗੱਲਾਂ ਦਾ ਹਾਲੀ ਬਹੁਤ ਲੋੜ ਹੈ ਕਿ ਸਾਨੂੰ ਵਿਸਥਾਰ ਸਹਿਤ ਚਰਚਾ ਕੀਤੀ ਜਾਵੇ। ਪਰ ਇਹ ਪੱਕੀ ਗੱਲ ਹੈ, ਹੌਲੀ ਹੌਲੀ ਜਿਵੇਂ ਸਾਨੂੰ ਸਮਝ ਆ ਰਹੀ ਹੈ, ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਅਖਵਾਉਣ ਦਾ ਕਦੀ ਇਹ ਪਖੰਡ ਨਹੀਂ ਰਚਿਆ। ਉਹਨਾਂ ਨੇ ਤਾਂ ਗਿਆਨ ਨੂੰ ਆਪਣਾ ਗੁਰੂ ਆਖਿਆ ਤੇ ਸਾਨੂੰ ਵੀ ਗਿਆਨ ਦਾ ਜਿਹੜਾ ਖਜ਼ਾਨਾ ਉਹ ਦੇ ਕੇ ਗਏ ਨੇ। ਇਸ ਗਿਆਨ ਤੋਂ ਅਗਵਾਈ ਲਓ ਤੇ ਹੋਰ ਵੀ ਜਿਹੜਾ ਦੁਨੀਆ 'ਚ ਗਿਆਨ ਹੈ ਉਹ ਤੁਸੀਂ ਹਾਸਲ ਕਰਦੇ ਰਹੋ, ਤੁਹਾਡੇ ਤੇ ਕੋਈ ਰੋਕ ਨਹੀਂ ਹੈ। ਇੱਥੇ ਤਾਂ ਨਾਨਕ ਭਗਤਾਂ ਸਦਾ ਵਿਗਾਸ ਤੁਹਾਡਾ ਹੁੰਦੇ ਰਹਿਣਾ ਚਾਹੀਦਾ, ਉਹ ਭਾਵਨਾ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਤੇ ਇੱਥੇ ਤਾਂ ਉਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਪਾਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਤਾਂ ਭਾਈ ਸ਼ਬਦ ਹੀ ਗੁਰੂ ਹੈ, ਮੇਰੀ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ, ਇੱਕਮਿਕ ਹੋ ਜਾਂਦੀ ਹੈ, ਮੈਂ ਉਸੇ ਦਾ ਚੇਲਾ ਹਾਂ। ਹੋਰ ਮੈਂ ਕਿਸੇ ਨੂੰ ਆਪਣਾ ਗੁਰੂ ਧਾਰਨ ਕਦੀ ਨਹੀਂ ਕੀਤਾ ਅੱਜ ਤੱਕ। ਅਕਥ ਕਥਾ, ਇੱਥੇ ਅਕਥ ਕਥਾ ਉਹ ਜਿਹੜੀ ਬਿਆਨ ਤੋਂ ਬਾਹਰ ਗਿਆਨ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਜੀ। ਅਕਥ ਕਥਾ ਲੈ ਰਹੋ ਨਿਰਾਲਾ, ਮੈਂ ਲੋਕਾਂ ਨਾਲੋਂ ਵੱਖਰੀ ਪਿਰਤ ਪਾਉਣ ਲੱਗਿਆ ਕਿ ਭਾਵੇਂ ਕਿ ਆਪਣੇ ਗਿਆਨ ਦੀਆਂ ਸਾਰੀਆਂ ਗੱਲਾਂ ਮੈਂ ਦੱਸ ਨਹੀਂ ਸਕਦਾ, ਪਰ ਮੈਂ ਇੱਕ ਵੱਖਰੀ ਸੋਚ ਤੁਹਾਨੂੰ ਦੇ ਰਿਹਾ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਇਹ ਜਿਹੜਾ ਜੁਗਾਂ ਜੁਗਾਂਤਰਾਂ ਤੋਂ ਇੱਕ ਨਿਯਮ ਚੱਲ ਰਿਹਾ ਕੁਦਰਤ ਦਾ, ਜਿਹਨੂੰ ਰੱਬ ਕਹਿ ਲੋ, ਗਿਆਨ ਕਹਿ ਲੋ, ਕੁਦਰਤ ਕਹਿ ਲੋ, ਉਹ ਜਿਹੜਾ ਨਿਯਮ ਚੱਲਦਾ ਆ ਰਿਹਾ, ਮੈਂ ਉਹਨੂੰ ਸਮਝ ਲਿਆ ਤੇ ਮੈਂ ਉਹਨੂੰ ਸਾਰਿਆਂ ਦਾ ਮਾਲਕ ਸਮਝਦਾ ਤੇ ਉਹਦੇ ਅਨੁਸਾਰ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ। ਫਿਰ ਅਸੀਂ ਆਪਣੀ ਇਸੇ ਧਰਤੀ ਦੇ ਉੱਤੇ ਰਹਿ ਕੇ ਜ਼ਿੰਦਗੀ ਵਧੀਆ ਸਫਲ ਤਰੀਕੇ ਨਾਲ ਜਿਉ ਸਕਦੇ ਹਾਂ। ਹਾਂਜੀ ਬਾਪੂ ਜੀ, ਨਾਲੇ ਇਸ ਬਾਣੀ ਦੇ ਵਿੱਚ ਇੱਕ ਤਾਂ ਗੁਰੂ ਸਾਹਿਬ ਨੂੰ ਜਿਹੜੇ ਸਵਾਲ ਕੀਤੇ ਗਏ ਨਾ, ਵੀ ਤੂੰ ਘਰੋਂ ਬਾਹਰ ਕਿਉਂ ਤੁਰਿਆ ਫਿਰਦਾ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨੇ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਲੋਕਾਂ ਨੂੰ ਤੂੰ ਕਿਵੇਂ ਸਿੱਧੇ ਰਾਹ ਪਾ ਲੇਂਗਾ, ਔਰ ਨਾਲੇ ਵੀ ਤੂੰ ਬਾਹਰ ਕਿਉਂ ਤੁਰਿਆ ਫਿਰਦਾ, ਥਾਂ ਥਾਂ ਤੇ ਭਟਕਦਾ। ਉਹਨਾਂ ਦਾ ਇੱਕ ਤਰੀਕਾ ਸੀ, ਉਹ ਉਹਨਾਂ ਨੂੰ ਏਦਾਂ ਦਰਸਾ ਰਹੇ ਸੀ। ਕਿਸੇ ਦੀ ਘਾਲਣਾ ਨੂੰ ਉਹ ਕਹਿੰਦੇ ਆ ਨਾ, ਜਦੋਂ ਛੋਟਾ ਕਰਨਾ ਹੋਵੇ, ਦਰਸਾਉਣਾ ਹੋਵੇ, ਤਾਂ ਉਹ ਏਦਾਂ ਹੀ ਕਹਿਣਗੇ, ਯਾਰ ਤੂੰ ਬੜਾ ਭਟਕਦਾ ਫਿਰਦਾ, ਤੂੰ ਸਾਰਾ ਦਿਨ ਇੱਧਰ ਉੱਧਰ ਫਿਰਦਾ ਰਹਿਣਾ। ਉਹ ਅਗਲੇ ਦੀ ਘਾਲਣਾ ਨੂੰ ਮਿੱਟੀ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਪਰ ਗੁਰੂ ਸਾਹਿਬ ਨੇ ਇਹਦੇ ਵਿੱਚ ਜਿਹੜੇ ਜਵਾਬ ਦਿੱਤੇ ਸੀਗੇ ਵੀ ਗੁਰਮੁਖ ਖੋਜਤ ਪਏ ਉਦਾਸੀ, ਉਹਨਾਂ ਦਾ ਜਿਹੜਾ ਇਹ 18ਵੇਂ ਬੰਦ ਦੇ ਵਿੱਚ ਜਿਹੜਾ ਕਨਸੈਪਟ ਸੀਗਾ, ਉਹਨਾਂ ਨੇ ਬਹੁਤ ਵਧੀਆ ਜਿਹੜੇ ਜਵਾਬ ਦਿੱਤੇ ਇਹਨਾਂ ਦੇ ਬਾਰੇ। ਨਾਲੇ ਨਾਲ ਗੁਰੂ ਸਾਹਿਬ ਨੇ ਜਿਹੜੀ ਗੱਲ ਕੀਤੀ ਬਈ ਸਮਾਜ ਦੇ ਵਿੱਚ ਗੁਰਮੁਖ ਜਿਹੜਾ ਹੈਗਾ ਉਹਦੀ ਕੀ ਉਸਾਰੀ ਹੈਗੀ ਆ, ਗੁਰਮੁਖ ਬੰਦਾ ਕਹਿੰਦੇ ਕਿਹਨੂੰ, ਕਿਹੜੀ ਮੱਤ ਹੈ ਉਹ ਗੁਰਮੁਖ ਵਾਲੀ, ਇਹਦੇ ਬਾਰੇ ਥੋੜਾ ਵਿਸਥਾਰ ਕਰ। ਗੁਰਮੁਖ ਬਾਰੇ ਤਾਂ ਇਸੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਤਕਰੀਬਨ 2 ਪੰਨੇ ਭਰੇ ਪਏ ਨੇ। ਇਹੋ ਜਿਹਾ ਗੁਣਵਾਨ ਇਨਸਾਨ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਇੰਨਾ ਕੁਝ ਲਿਖ ਦਿੱਤਾ ਹੈ। ਜੇ ਕਿਤੇ ਅਸੀਂ ਸਿੱਧ ਗੋਸ਼ਟ ਨੂੰ, ਜਿਵੇਂ ਜਪਜੀ ਸਾਹਿਬ ਦੇ ਅਰਥ ਭਾਵੇਂ ਬਹੁਤ ਵਾਰੀ ਹੋ ਗਏ ਨੇ, ਪਰ ਅਜੇ ਹੋਰ ਕੋਈ ਉਹ ਮੁੱਕਿਆ ਨਹੀਂ ਕੰਮ, ਲੋਕੀ ਕਰੀ ਜਾ ਰਹੇ ਨੇ ਆਪੋ ਆਪਣੀ ਸਮਝ ਮੁਤਾਬਕ। ਪਰ ਸਿੱਧ ਗੋਸ਼ਟ ਦੇ ਜਾਂ ਫਿਰ ਆਸਾ ਕੀ ਵਾਰ ਜਾਂ ਮਲਾਰ ਕੀ ਵਾਰ, ਮਾਝ ਕੀ ਵਾਰ, ਇਹਨਾਂ ਤੇ ਇੰਨਾ ਜਿਹੜਾ ਜ਼ੋਰ ਨਹੀਂ ਦਿੱਤਾ ਗਿਆ ਵਿਦਵਾਨਾਂ ਵੱਲੋਂ। ਜਿਹੜੀ ਸਿੱਧ ਗੋਸ਼ਟ ਹੈ ਇਹਦੇ ਵਿੱਚ ਇੱਕ ਤਾਂ ਸਵਾਲ ਜਵਾਬ ਦੀ ਵਿਧੀ, ਇੱਕ ਜਿਹੜੇ ਲੋਕੀ ਜ਼ਿੰਦਗੀ ਜਿਉਣ ਦੇ ਢੰਗ ਤਰੀਕਿਆਂ ਬਾਰੇ ਸਾਨੂੰ ਸਵਾਲ ਕਰਦੇ ਨੇ ਕਿ ਤੁਸੀਂ ਆਹ ਪਰਿਵਾਰਕ ਜ਼ਿੰਮੇਵਾਰੀਆਂ ਤੁਸੀਂ ਇਹ ਨਹੀਂ ਕਰਦੇ ਤੇ ਤੁਸੀਂ ਐਂ ਕਿਉਂ ਕਰਦੇ ਹੋ, ਇਹ ਸਾਰੇ ਜਵਾਬ ਸਿੱਧ ਗੋਸ਼ਟੀ ਮਿਲਦੇ ਨੇ। ਕਿਉਂਕਿ ਸਵਾਲ ਜਵਾਬ ਹੋ ਹੀ ਉਹਨਾਂ ਲੋਕਾਂ ਨਾਲ ਸਿੱਧੇ ਰਹੇ ਨੇ ਜਿਹੜੇ ਆਪ ਘਰ ਛੱਡ ਕੇ ਭਗੌੜੇ ਹੋ ਚੁੱਕੇ ਨੇ। ਅੱਗੇ ਉਹ ਜੰਗਲਾਂ ਚਲੇ ਜਾਂਦੇ ਸੀ,
ਅੱਜ ਸਾਡੇ ਜਿਹੜੇ ਬਾਬੇ ਸੰਤ ਬਣੇ ਲੋਕ ਨੇ ਉਹ ਭੋਰੇ ਪੱਟ ਕੇ ਭੋਰਿਆਂ 'ਚ ਵੜ ਕੇ ਬੈਠ ਗਏ ਨੇ। ਗੱਲ ਉਹੀ ਆ, ਫਰਕ ਕੋਈ ਨਹੀਂ। ਆਮ ਸੰਗਤ ਨਾਲੋਂ, ਆਮ ਲੋਕਾਈ ਨਾਲੋਂ ਨਾਤਾ ਤੋੜਨ ਦਾ ਇਹ ਢੌਂਗ ਕਰਦੇ ਨੇ, ਜਦੋਂ ਕਿ ਲੁੱਟ ਕੇ ਉਹਨਾਂ ਨੂੰ ਹੀ ਖਾ ਰਹੇ ਨੇ, ਧਨ ਦੌਲਤ ਉਹਨਾਂ ਤੋਂ ਲੈ ਕੇ ਹੀ ਵਰਤ ਰਹੇ ਨੇ। ਉਹ ਸਾਧ ਯੋਗੀ ਤਾਂ ਫਿਰ ਵੀ ਮੈਂ ਕਹਿਣਾ ਚੰਗੇ ਸੀ, ਘਰ ਘਾਟ ਛੱਡ ਕੇ ਲੋਕਾਂ ਦੇ ਸਿਰਾਂ ਤੋਂ ਭਾਰ ਲਾ ਕੇ ਉਹ ਜੰਗਲਾਂ 'ਚ ਜਾ ਕੇ ਬੈਠ ਗਏ ਸੀ। ਪਰ ਇਹ ਤਾਂ ਸਾਡੇ ਸਿਰਾਂ ਤੇ ਬੈਠੇ ਨੇ, ਸਾਨੂੰ ਕੁਰਾਹੇ ਵੀ ਪਾਉਂਦੇ ਨੇ ਤੇ ਸਾਨੂੰ ਲੁੱਟ ਕੇ ਵੀ ਖਾਂਦੇ ਨੇ ਤੇ ਅਜੇ ਵੀ ਆਪਣੇ ਆਪ ਨੂੰ ਤਿਆਗੀ ਵੀ ਅਖਵਾਉਂਦੇ ਨੇ। ਇਹ ਸਾਰਾ ਕੁਝ ਗੁਰੂ ਸਾਹਿਬ ਨੇ ਸਾਨੂੰ ਗੁਰਮੁਖ ਬਣਾਉਣ ਵਾਸਤੇ, ਜਿਹੜਾ ਕਿ ਗੁਰੂ ਦੀ ਭਾਵ ਕੇ ਗਿਆਨ ਨੂੰ ਹਿਰਦੇ 'ਚ ਵਸਾ ਕੇ ਚੰਗਾ ਇਨਸਾਨ ਬਣਨਾ ਤੇ ਉਹਨੇ ਪਰਉਪਕਾਰ ਕਰਨੇ, ਉਹਨੇ ਬਹਾਦਰ ਬਣਨਾ, ਉਹਨੇ ਉਹ ਸਾਰੇ ਕੰਮ ਕਰਨੇ ਜਿਹੜੇ ਕਿ ਉੱਤਮ ਦਰਜੇ ਦੇ ਇਨਸਾਨ ਦੇ ਫਰਜ਼ ਹੈ ਕਰਨੇ ਬਣਦੇ ਨੇ। ਉਹ ਸਾਰੇ ਇਹਨਾਂ ਗੁਰਮੁਖਾਂ ਵਾਲੇ ਪੰਨਿਆਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵਿਸਥਾਰ ਨਾਲ ਸਾਰੇ ਦੱਸੇ ਹੋਏ ਨੇ। ਜੀ ਬਾਪੂ ਜੀ, ਆਪ ਜੀ ਦਾ ਬਹੁਤ ਧੰਨਵਾਦ ਜੀ। ਆਪਾਂ ਇਹਦੇ ਬਾਰੇ ਵੀ, ਜਿਵੇਂ ਗੁਰਮੁਖ ਬਾਣੀ ਅਘੜ ਕਢਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਬੰਦਾ ਕਿਵੇਂ ਉਚਾਈ ਨੂੰ ਛੂੰਹਦਾ ਹੈ, ਕਿਸ ਤਰੀਕੇ ਨਾਲ ਆਪਣੇ ਜੀਵਨ ਦੇ ਇਸ ਕਨਸੈਪਟ ਨੂੰ ਚੇਂਜ ਕਰ ਸਕਦਾ ਹੈ, ਆਪਣਾ ਜਿਹੜਾ ਕੋਈ ਡੈਸਟੀਨੇਸ਼ਨ ਤੈਅ ਕਰ ਸਕਦਾ, ਆਪਣੇ ਮਿਲੇ ਹੋਈ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਸੋਹਣਾ ਬਣਾ ਕੇ ਸਮਾਜ ਦਾ ਕੋਈ ਹਿੱਸੇਦਾਰ ਬਣ ਸਕਦਾ ਹੈ। ਇਸ ਤਰੀਕੇ ਨਾਲ ਬਾਪੂ ਜੀ ਰੌਲਾ ਤਾਂ ਇਹ ਹੈ ਵੀ ਜਿਹੜੇ ਅੱਜ ਸਮਾਜ ਦੇ ਸੁਧਾਰਕ ਦੇਖੇ ਜਾਂਦੇ ਆ, ਜਿਵੇਂ ਹੁਣ ਪੀਪੀ ਹੁਣਾਂ ਦਾ ਰੌਲਾ ਪਿਆ ਹੋਇਆ, ਗੋਲਡੀ ਦਾ ਰੌਲਾ ਪਿਆ ਹੋਇਆ, ਜਿਹੜਾ ਵੀ ਸਮਾਜ ਸੁਧਾਰ ਕਰਨ ਦੇ ਜਾਂ ਕਿਸੇ ਦੀ ਹੈਲਪ ਕਰਨ ਦੇ ਲਈ ਤੁਰਦਾ, ਸੁਧਾਰ ਤਾਂ ਅਸਲ ਦੇ ਵਿੱਚ ਸਾਡੇ ਪੋਲੀਟੀਸ਼ੀਅਨ ਨੇ ਕਰਨਾ ਸੀ ਤੇ ਪੋਲੀਟੀਸ਼ੀਅਨ ਨੂੰ ਚੁਣਨ ਵਾਲੇ ਅਸੀਂ ਸੀ। ਦੂਸਰੇ ਪਾਸੇ ਲੋਕ ਸੇਵਾ ਜਿਹੜੀ ਸੀ ਉਹ ਜੇ ਸਰਕਾਰ ਦੇ ਬੱਧੇ ਹੋਏ ਨਿਯਮਾਂ ਦੇ ਵਿੱਚ ਹੀ ਠੀਕ ਹੋ ਜਾਂਦੀ ਤਾਂ ਸਾਡੇ ਲਈ ਬਹੁਤ ਭਲਾਈ ਵਾਲੀ ਗੱਲ ਸੀ, ਕਿਉਂਕਿ ਆਟੋਮੈਟਿਕਲੀ ਹੋਣਾ ਸੀ। ਆਧਾਰ ਕਾਰਡ ਬਣਾਏ ਗਏ, ਉਹਦੇ ਵਿੱਚ ਬੰਦੇ ਦੇ ਮਤਲਬ ਇੱਕ ਹੈਂਡ ਪ੍ਰਿੰਟ ਤੱਕ ਸਾਰਾ ਕੁਝ ਉਹਦੇ ਵਿੱਚ ਚਲਾ ਗਿਆ, ਵੀ ਬੰਦੇ ਤੱਕ ਉਹਦਾ ਸਾਰਾ ਜਿਹੜਾ ਲਿੰਕ ਕੀਤੇ ਗਏ ਖਾਤੇ, ਸਾਰੀ ਇਨਫੋਰਮੇਸ਼ਨ ਮਤਲਬ ਗਵਰਨਮੈਂਟ ਤੱਕ ਪਹੁੰਚਦੀ ਹੈ, ਕਿੰਨੇ ਬੰਦੇ ਮਰ ਰਹੇ ਆ, ਕੀ ਹੋ ਰਿਹਾ। ਪਰ ਇਸ ਸਮੁੱਚੇ ਢਾਂਚੇ ਦੇ ਵਿੱਚ ਵੀ ਫੇਰ ਵੀ ਜਿਹੜੀਆਂ ਰਾਹਤਾਂ ਮਿਲਣੀਆਂ ਹੁੰਦੀਆਂ ਸਮਾਜ ਨੂੰ, ਉਹ ਗੋਲਮੋਲ ਹੋ ਜਾਂਦੀਆਂ। ਜਿਹੜੇ ਵੀ ਬੰਦੇ ਇਸ ਦਾ ਮਤਲਬ ਹਿੰਮਤ ਵੀ ਕਰਦੇ ਅੱਗੇ ਆਉਣ ਦੀ, ਉਹਨਾਂ ਦੀ ਹਿੰਮਤ ਦੇ ਪਿੱਛੇ ਦੁੱਗਣੀ ਹਿੰਮਤ ਆਪਣੇ ਘਰ ਭਰਨ ਦੀ ਬਣੀ ਪਈ ਹੁੰਦੀ ਹੈ। ਸ਼ੁਕਰ ਹੈ ਜੇ ਅਸੀਂ ਗੁਰੂ ਨਾਨਕ ਦੇ ਇਸ ਕਨਸੈਪਟ ਨੂੰ ਸਮਝ ਸਕਦੇ, ਕਿਉਂਕਿ ਇਹਦੇ ਨਾਲ ਬੜਾ ਕੁਛ ਆ ਜਾਏਗਾ। ਕਿਤੇ ਗੁਰੂ ਨਾਨਕ ਦੇ ਨਾਲ ਦਸਵੰਧ ਜੋੜਿਆ ਗਿਆ, ਕਿਤੇ ਗੁਰੂ ਨਾਨਕ ਨਾਲ 13 ਜੋੜ ਦਿੱਤਾ ਗਿਆ, ਕਿਤੇ ਗੁਰੂ ਨਾਨਕ ਸਾਹਿਬ ਨੂੰ ਹਰ ਥਾਂ ਤੇ ਲਟਾਉਂਦੇ ਵੇਖਿਆ ਗਿਆ, ਤੇ ਉਲਟੀਆਂ ਸਿੱਧੀਆਂ ਚੀਜ਼ਾਂ ਕਰਕੇ ਹੀ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਹੈ ਉਹ, ਮੈਂ ਹੁਣ ਇੱਕ ਗੱਲ ਹੋਰ ਵੀ ਸੋਚ ਰਿਹਾ ਸਾਂ ਕਿ ਜਿਹੜਾ ਸ਼ਬਦ ਗੁਰੂ ਦੀ ਆਪਾਂ ਗੱਲ ਕੀਤੀ ਨਾ, ਸੁਰਤ ਧੁਨ ਚੇਲਾ ਦੀ, ਜਿੰਨੇ ਵੀ ਆਹ ਅਖੌਤੀ ਸਾਧ ਨੇ, ਜਦੋਂ ਇਹਨਾਂ ਦੇ ਕੋਲ ਕੋਈ ਆਪਣਾ ਦੁੱਖ ਸੁੱਖ ਲੈ ਕੇ ਜਾਂਦਾ ਤਾਂ ਅੱਗੋਂ ਸ਼ਬਦ ਰੱਖੀ ਬੈਠੇ ਹੁੰਦੇ ਵੀ ਤਾਤੀ ਵਾਹ ਨਾ ਲੱਗਈ, ਜਾਂ ਹੋਰ 5-7 ਇਹਨਾਂ ਦੇ ਬਹੁਤ ਫੇਵਰੇਟ ਸ਼ਬਦ ਨੇ, ਇਹ ਉਹਨਾਂ ਨੂੰ ਦੇ ਦਿੰਦੇ ਆ ਤੇ ਉਹਨਾਂ ਨੂੰ 108 ਵਾਰੀ ਇੰਨੇ ਵਾਰੀ ਜਾਪ ਕਰ ਲਓ ਤੇ ਇਦਾਂ ਕਰ ਲਓ, ਉਦਾਂ ਦੀਆਂ ਰਵਾਇਤਾਂ ਦੱਸਣ ਲੱਗਦੇ ਆ। ਇਹ ਸਮਾਜ ਕਦੋਂ ਬਦਲੇਗਾ? ਕੀ ਗੁਰਬਾਣੀ ਪਾਠ ਕਰਨ ਵਾਸਤੇ ਹੈ? ਕੀ ਗੁਰਬਾਣੀ ਦੇ ਵਿੱਚ ਇਹ ਸਾਨੂੰ ਅਸੀਂ ਕੀਮਤੀ ਰਾਏ ਲੈ ਕੇ ਇੱਕ ਵਾਰੀ ਇਹਨੂੰ ਸਮਝ ਕੇ ਅੱਗੇ ਨਹੀਂ ਵਧਣ ਦੀ ਕੋਸ਼ਿਸ਼ ਕਰ ਸਕਦੇ? ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਕੇ ਅੱਗੇ ਪਰੋਸ ਕੇ ਲੋਕਾਂ ਦੇ ਵੀ ਜਿਹੜਾ ਮੱਥਾ ਟੇਕ ਕੇ ਡਿੱਗ ਪਵੇ ਔਰ ਨਾਲ ਦਸਾਂ ਦਾ ਨੋਟ ਟੇਕ ਦੇਵੇ? ਇਹ ਇੱਥੇ ਹੀ ਖੜੇ ਹਾਂ ਅਸੀਂ। ਆਪਾਂ ਇਹਨਾਂ ਵਿਚਾਰਾਂ ਨਾਲ ਅੱਗੇ ਤੁਰਦੇ ਰਹਾਂਗੇ। ਅੱਜ ਸਮਾਂ ਜਿਹੜਾ ਅਸੀਂ ਇੱਥੇ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀਆਂ ਵਿਚਾਰਾਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ। ਬਾਪੂ ਜੀ, ਆਪ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।